ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਵੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ। ਘਰ ਆਪ ਨੜਾਇ ਖੜੀ ਤੱਕਾ ਮੈਂ ਮਨ ਜਾਉ ਕਨੇਰਾ ਰਾਮ। ਆਵੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ। ਘਰ ਆਪ ਨੜਾਇ ਖੜੀ ਤੱਕਾ ਮੈਂ ਮਨ ਜਾਉ ਕਨੇਰਾ ਰਾਮ। ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ। ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਭਈ ਨਿਹ ਕੇਵਲ। ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ। ਮਿਲਿਆ ਭਾਈ ਸੁਭਾਈ ਨਾਨਕ ਸਾਜਨ ਕਉ ਬਲ ਜਾਈਆ। ਸਾਚ ਮਿਲੇ ਘਰ ਆਏ ਸਗਲੀ ਜੋਤ ਜਾਤਾ ਤੂੰ ਸੋਈ। ਮਿਲਿਆ ਭਾਈ ਸੁਭਾਈ ਨਾਨਕ ਸਾਜਨ ਕਉ ਬਲ ਜਾਈਆ। ਸਾਚ ਮਿਲੇ ਘਰ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜ ਬੈਠੇ ਸਤਸੰਗੀ ਜਨੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ, ਜੋ ਸਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਅੱਜ ਦਾ ਪਾਵਨ ਮੁੱਖ ਵਾਕ ਜਗਤ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਮੁੱਖ ਵਾਕ ਹੈ। ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 764 ਤੋਂ ਆਰੰਭ ਹੋ ਕੇ 765 ਤੱਕ ਇਹ ਪਾਵਨ ਮੁੱਖ ਵਾਕ ਹਜ਼ੂਰ ਦਾ ਸਮਾਪਤ ਹੁੰਦਾ ਹੈ।
ਉਹ ਭਾਈ ਸਾਹਿਬ ਜੀ ਦੀ ਰਸਨਾ ਤੋਂ ਪਾਠ ਸਰਵਣ ਕਰੀਏ ਤੇ ਇੱਕ ਵਾਰੀ ਸਾਰੇ ਕਿਰਪਾ ਕਰੋ। ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ। ਰਾਗ ਸੂਹੀ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਮੁੱਖ ਵਾਕ ਹੈ। ਇਸ ਨੂੰ ਤੀਸਰੇ ਘਰ ਵਿੱਚ ਗਾਉਣ ਦਾ ਸੰਕੇਤ ਹੈ। ਹਾਂਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮੇਸ਼ਰ ਇੱਕ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਉਹ ਪ੍ਰਾਪਤ ਹੁੰਦਾ ਹੈ। ਆਵੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ। ਸਾਧ ਸੰਗਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਚ ਇਹ ਜਿਹੜਾ ਸੱਜਣ ਸ਼ਬਦ ਹੈ ਇਹ ਕਈ ਅਰਥਾਂ ਵਿੱਚ ਆਇਆ ਹੈ। ਇਹ ਸ਼ਬਦ ਪ੍ਰਭੂ ਦੇ ਪਿਆਰਿਆਂ ਵਾਸਤੇ ਵੀ ਵਰਤਿਆ ਗਿਆ ਹੈ। ਇਹ ਪਾਵਨ ਸ਼ਬਦ ਚੰਗੇ ਗੁਣਾਂ ਵਾਸਤੇ ਵੀ ਵਰਤਿਆ ਗਿਆ ਹੈ। ਇਹ ਗੁਰੂ ਵਾਸਤੇ ਵੀ ਵਰਤਿਆ ਗਿਆ ਹੈ। ਇਹ ਪਾਵਨ ਸ਼ਬਦ ਪਰਮੇਸ਼ਰ ਵਾਸਤੇ ਵੀ ਵਰਤਿਆ ਗਿਆ ਹੈ। ਸੱਜਣ ਦੇ ਅਰਥ ਹੁੰਦੇ ਨੇ, ਇਹਨੂੰ ਮਿੱਤਰ ਵੀ ਕਿਹਾ ਗਿਆ ਹੈ। ਇਹਨੂੰ ਯਾਰ ਸ਼ਬਦ ਦੇ ਨਾਲ ਹੀ ਸੰਬੋਧਨ ਕੀਤਾ ਗਿਆ ਹੈ। ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨਤੀ ਆ। ਸੱਜਣ ਦੀ ਮਿੱਤਰ ਦੀ ਪਰਿਭਾਸ਼ਾ ਇਹ ਦਿੱਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ। ਜਿਹੜਾ ਸਾਡੇ ਔਖੇ ਵੇਲੇ ਕੰਮ ਆਏ, ਜਿਹੜਾ ਸਾਡੇ ਦੁੱਖ ਵੇਲੇ ਸੁੱਖ ਵੇਲੇ ਲੋੜ ਪੈਣ ਤੇ ਕੰਮ ਆਏ, ਉਹਨੂੰ ਸੱਜਣ ਕਹਿੰਦੇ ਨੇ, ਉਹਨੂੰ ਮਿੱਤਰ ਕਹਿੰਦੇ ਨੇ। ਔਰ ਸਭ ਤੋਂ ਮਹਾਨ ਜਿਹੜਾ ਸੱਜਣ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਹਾ ਗਿਆ ਹੈ, ਜਿਹੜਾ ਲੋਕ ਵਿੱਚ ਵੀ ਕੰਮ ਆਏ, ਜਿਹੜਾ ਸੱਜਣ ਸਾਡੇ ਪਰਲੋਕ ਵਿੱਚ ਵੀ ਕੰਮ ਆਏ। ਦੁਨੀਆ ਦੇ ਸੱਜਣ ਦੁਨੀਆ ਤੱਕ ਹੀ ਰਹਿ ਜਾਂਦੇ ਨੇ, ਸ਼ਮਸ਼ਾਨ ਘਾਟ ਤੋਂ ਅੱਗੇ ਕੋਈ ਸਾਡੇ ਨਾਲ ਨਹੀਂ ਜਾਂਦਾ। ਅਵਲ ਤੇ ਮਹਾਰਾਜ ਕਹਿੰਦੇ ਨੇ ਇੱਥੇ ਹੀ ਸਾਥ ਛੱਡ ਜਾਂਦੇ ਨੇ। ਸੰਗ ਸਖਾ ਸਭ ਤਜ ਗਏ ਕਉ ਨ ਨਿਭਿਓ ਸਾਥ। ਪਰ ਇੱਕ ਸੱਜਣ ਉਹ ਵੀ ਹੈ ਜਿਹੜਾ ਸੱਜਣ ਸਾਡੇ ਤੋੜ ਤੱਕ ਮਰਨ ਤੋਂ ਬਾਅਦ ਵੀ ਨਿਭਦਾ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ। ਗੁਰੂਦੇਵ ਕਹਿੰਦੇ ਨੇ ਉਹ ਸਾਡਾ ਮਿੱਤਰ ਧਨ ਹੈ ਜਿਹੜਾ ਆਦ ਤੋਂ ਲੈ ਕੇ ਅੰਤ ਤੱਕ ਸਾਡਾ ਸਾਥ ਨਹੀਂ ਛੱਡਦਾ। ਸ਼ੇਖ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੁੜੇਂਦੀ ਨਾਲ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਗੱਲਾਂ ਦੀ ਕਿਹੜੀ ਗੱਲ ਹੈ, ਗੱਲਾਂ ਨਾਲ ਤੇ ਤੁਰੇ ਜਾਂਦੇ 20 ਸੱਜਣ ਮਿਲ ਜਾਂਦੇ ਨੇ, 20 ਸੱਜਣ ਲੱਭ ਜਾਂਦੇ ਨੇ। ਪਰ ਉਹ ਸੱਜਣ ਜਿਹੜਾ ਸਾਡੇ ਅੱਲਾ ਦੇ ਘਰ ਤੱਕ ਕੰਮ ਆਏ, ਉਹ ਤੇ ਸੱਜਣ ਇੱਕ ਹੀ ਹੈ। ਜਿਸ ਸੱਜਣ ਨੂੰ ਮੈਂ ਲੱਭਣ ਵਾਸਤੇ, ਜਿਸ ਸੱਜਣ ਨੂੰ ਪਾਉਣ ਵਾਸਤੇ ਮੈਂ ਇੱਕ ਬਾਲਣ ਹੁੰਦਾ ਹੈ ਗੋਹਿਆਂ ਦਾ, ਜਦੋਂ ਗੋਹਿਆਂ ਦਾ ਬਾਲਣ ਭੁਰ ਜਾਏ ਉਹਨੂੰ ਮਲੀ ਕਹਿੰਦੇ ਨੇ, ਮਿਲੀ ਵੀ ਕਹਿੰਦੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੈਂ ਤੇ ਧੁੱਖਾਂ ਜਿਉ ਮਲੀ ਕਾਰਨ ਤੇ ਨਾਮਾ ਫਿਰੇ। ਉਸ ਸੱਜਣ ਨੂੰ ਲੱਭਣ ਵਾਸਤੇ ਮੈਂ ਧੁਖਦਾ ਰਹਿੰਦਾ ਹਾਂ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਬੜੇ ਧਿਆਨ ਨਾਲ ਸਰਵਣ ਕਰਨਾ। ਜਿਹੜਾ ਸੱਜਣ ਸਾਡੇ ਲੋਕ ਵਿੱਚ ਕੰਮ ਆਏ,
ਜਿਹੜਾ ਸੱਜਣ ਸਾਡੇ ਦੁੱਖ ਵਿੱਚ ਸੁੱਖ ਵਿੱਚ ਕੰਮ ਆਏ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਉਹ ਤੇ ਫਿਰ ਸੱਜਣ ਇੱਕ ਹੀ ਹੈ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਮਹਾਰਾਜ ਕਹਿੰਦੇ ਨੇ ਉਹ ਮਿੱਤਰ ਇਸ ਤਰ੍ਹਾਂ ਦਾ ਹੈ, ਜਿੱਥੇ ਵੀ ਉਹਨੂੰ ਯਾਦ ਕਰੋ, ਦੇਸ਼ ਵਿੱਚ ਪਰਦੇਸ ਵਿੱਚ। ਮੈਂ ਸਵੇਰੇ ਹੀ ਆਪਣੇ ਇੱਕ ਸੱਜਣ ਨਾਲ ਗੱਲ ਕਰ ਰਿਹਾ ਸਾਂ ਜਿਹੜਾ ਮੇਰੇ ਨਾਲ ਸੀ। ਮੈਂ ਕਹਿ ਰਿਹਾ ਸਾਂ, ਪੁੱਤਰ ਤੂੰ ਵਿਦੇਸ਼ ਵਿੱਚ ਜਾਣਾ, ਤੂੰ ਬਾਹਰਲੇ ਦੇਸ਼ ਜਾਣਾ, ਏਅਰਪੋਰਟ ਤੱਕ ਤੇ ਸਾਰੇ ਚੜਾਉਣ ਜਾਂਦੇ ਨੇ, ਮਾਂ ਜਾਂਦੀ ਹੈ, ਪਿਓ ਜਾਂਦਾ, ਭਰਾ ਜਾਂਦੇ ਨੇ, ਭੈਣਾਂ ਜਾਂਦੀਆਂ ਨੇ। ਜਦੋਂ ਬੰਦਾ ਏਅਰਪੋਰਟ ਤੋਂ ਜਹਾਜ਼ ਤੇ ਬੈਠ ਜਾਂਦਾ ਪੁੱਤਰਾ, ਫਿਰ ਅਗਲੇ ਪਾਸੇ ਇੱਕੋ ਹੀ ਮਿੱਤਰ ਆ ਜਿਹੜਾ ਸਾਡੇ ਪਰਦੇਸ ਵਿੱਚ ਕੰਮ ਆਉਂਦਾ ਹੈ। ਗਰੀਬ ਨਵਾਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇਹੋ ਜਿਹਾ ਵੀ ਕੋਈ ਮਿੱਤਰ ਹੋ ਸਕਦਾ, ਜਿੱਥੇ ਹਰ ਆਰਾਧੀ ਹੈ, ਜਿੱਥੇ ਉਹਨੂੰ ਯਾਦ ਕਰੋ, ਜਿੱਥੇ ਉਹਨੂੰ ਆਵਾਜ਼ ਮਾਰੋ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਉਹ ਮਿੱਤਰ ਉੱਥੇ ਆਣ ਸਹਾਇਤਾ ਕਰਦਾ, ਪਹੁੰਚ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ 2 ਵਾਰੀ ਐਮਨਾਬਾਦ ਗਏ ਭਾਈ ਲਾਲੋ ਜੀ ਦੇ ਪਿੰਡ। ਜਦੋਂ ਭਾਈ ਲਾਲੋ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸੇਵਾ ਕੀਤੀ, ਚਰਨ ਪਰਸੇ, ਮਲਕ ਭਾਗੋ ਨੇ ਬੜੇ ਕਬੂਲ ਬੋਲੇ ਭਾਈ ਲਾਲੋ ਨੂੰ, ਠੁੱਡ ਮਾਰਨ ਤੱਕ ਗਿਆ, ਬੜੇ ਮੰਦੇ ਬੋਲ ਬੋਲੇ। ਭਾਈ ਲਾਲੋ ਵੈਰਾਗੀ ਹੋ ਕੇ ਕਹਿਣ ਲੱਗਾ, ਮਹਾਰਾਜ ਇਹ ਆ ਸਾਡਾ ਦੁਨੀਆ ਵਿੱਚ ਜੀਵਣਾ। ਮਹਾਰਾਜ ਇਹ ਧਨਾੜ ਲੋਕ, ਮਹਾਰਾਜ ਇਹ ਅਮੀਰ ਲੋਕ ਇਹ ਕੁਛ ਕਰਦੇ ਨੇ ਸਾਡੇ ਨਾਲ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਲਾਲੋ ਫਿਕਰ ਨਾ ਕਰ। ਉਹ ਕਾਬਲ ਤੋਂ ਪਾਪ ਦੀ ਜੰਜ ਲੈ ਕੇ ਚੜੇ ਗਏ ਕਲਾੜਾ, ਪਾਪ ਦੀ ਜੰਜ ਦਾ ਲਾੜਾ। ਹਜ਼ੂਰ ਕਹਿੰਦੇ ਨੇ ਇਹਨਾਂ ਨੂੰ ਰੋਟੀ ਖਾਣੀ ਭੁੱਲ ਜਾਏਗੀ। ਮਹਾਰਾਜ ਕਹਿੰਦੇ ਨੇ ਇਹਨਾਂ ਦਾ ਉਹ ਹਸ਼ਰ ਹੋਏਗਾ, ਉਹ ਇਹਨਾਂ ਦੀ ਦੁਰਦਸ਼ਾ ਹੋਏਗੀ। ਮਹਾਰਾਜ ਕਹਿੰਦੇ ਨੇ ਇਹਨਾਂ ਦੇ ਲੋਥਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਰਹੇਗਾ। ਜਦੋਂ ਰੱਬ ਭੁੱਲ ਜੀ ਫਿਰ ਇਹੀ ਕੁਛ ਹੁੰਦਾ ਹੈ, ਫਿਰ ਇਹੀ ਨਤੀਜੇ ਨਿਕਲਦੇ ਹਨ। ਭਾਈ ਲਾਲੋ ਹੈਰਾਨ ਹੋ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਕਹਿੰਦੇ ਹੋ ਪਾਪ ਦੀ ਜੰਜ ਆਵੇਗੀ, ਇਹ ਐਮਨਾਬਾਦ ਮਾਸਪੁਰੀ ਬਣ ਜਾਏਗਾ, ਖੂਨ ਇੱਥੇ ਰਿੜਦਾ ਰਹੇਗਾ, ਰੋਟੀ ਖਾਣੀ ਭੁੱਲ ਜਾਏਗੀ। ਮਹਾਰਾਜ ਮੈਂ ਵੀ ਇਸੇ ਪਿੰਡ ਦਾ ਹੀ ਹਾਂ, ਮਹਾਰਾਜ ਮੈਂ ਵੀ ਇਸੇ ਨਗਰ ਵਿੱਚ ਰਹਿਣਾ, ਮਹਾਰਾਜ ਫਿਰ ਉਹਨਾਂ ਕੋਲ ਮੈਂ ਕਿਵੇਂ ਬਚ ਸਕਣਾ? ਪਾਪ ਦੀ ਜੰਜ ਇਹਨਾਂ ਨੂੰ ਵੀ ਸਜ਼ਾ ਦੇਗੀ, ਮਹਾਰਾਜ ਮੈਨੂੰ ਵੀ ਸਜ਼ਾ ਦੇਗੀ, ਮੈਂ ਕਿਵੇਂ ਉਹਨਾਂ ਤੋਂ ਬਚ ਸਕਣਾ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਲਾਲੋ ਉਹਨਾਂ ਕੋਲ ਪਾਪ ਦੀ ਜੰਜ ਦਾ ਲਾੜਾ ਆਏਗਾ, ਭਾਵ ਕਿ ਉਹਨਾਂ ਕੋਲ ਬਾਬਰ ਆਏਗਾ, ਤੇਰੇ ਕੋਲ ਮੈਂ ਆਵਾਂਗਾ। ਉਧਰੋਂ ਐਵੇਂ ਨਹੀਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਇਤਿਹਾਸ ਕਹਿੰਦਾ ਉਧਰੋਂ ਬਾਬਰ ਚੜ ਪਿਆ, ਉਧਰੋਂ ਬਾਬਾ ਨਾਨਕ ਜੀ ਚੜ ਪਏ। ਬਾਬਰ ਕੋਲ ਘੋੜੇ ਹਨ, ਬਾਬਰ ਕੋਲ ਹਾਥੀ ਹਨ, ਉਹਦੇ ਕੋਲ ਤੋਪਾਂ ਹਨ, ਫੌਜਾਂ ਹਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੈਦਲ ਹਨ। ਸਾਰੀ ਯਾਤਰਾ ਵਿੱਚ ਛੱਡ ਕੇ ਭਾਈ ਮਰਦਾਨੇ ਨੂੰ ਕਹਿੰਦੇ ਨੇ ਭਾਈ ਮਰਦਾਨੇ ਚੱਲ ਭਾਈ ਲਾਲੋ ਕੋਲ ਚੱਲੀਏ। ਬਾਬਰ ਬਾਅਦ ਵਿੱਚ ਪਹੁੰਚਿਆ, ਬਾਬਾ ਨਾਨਕ ਆਪਣੇ ਮਿੱਤਰ ਕੋਲ ਪਹਿਲਾਂ ਪਹੁੰਚ ਗਿਆ। ਹਜ਼ੂਰ ਕਹਿੰਦੇ ਨੇ ਮਿੱਤਰ ਉਹਨੂੰ ਬਣਾਓ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਉਹ ਮਿੱਤਰ ਉੱਥੇ ਪਹੁੰਚ ਜਾਂਦਾ ਹੈ। ਗਰੀਬ ਨਵਾਜ ਮਹਾਰਾਜ ਉਸ ਸੱਜਣ ਨੂੰ ਸੱਜਣ ਕਹਿੰਦੇ ਨੇ। ਭਾਈ ਸਾਹਿਬ ਜੀ ਨੇ ਜਿਵੇਂ ਪੰਕਤੀ ਪੜ੍ਹੀ ਹੈ, ਮਹਾਰਾਜ ਕਹਿੰਦੇ ਨੇ ਆਵੋ ਸੱਜਣਾ ਦੇਖਾਂ ਦਰਸ਼ਨ ਤੇਰਾ ਰਾਮ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਹੇ ਮੇਰੇ ਸੱਜਣ, ਹੇ ਮੇਰੇ ਸੱਜਣ ਤੂੰ ਆ ਮੈਂ ਤੇਰਾ ਦਰਸ਼ਨ ਦੇਖਾਂ। ਸਾਧ ਸੰਗਤ ਇੱਕ ਤਰਲਾ ਲੈ ਕੇ ਗੁਰੂ ਨਾਨਕ ਸਾਹਿਬ ਨੇ ਮਹਾਰਾਜ ਨੇ ਅਰਦਾਸ ਕੀਤੀ, ਮਹਾਰਾਜ ਤੇਰਾ ਮੈਂ ਦਰਸ਼ਨ ਵੇਖਣਾ ਚਾਹੁੰਦਾ। ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਫਿਰ ਤਰਲੇ ਲੈ ਲੈ ਕੇ ਆਖਿਆ
ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਹੇ ਮੇਰੇ ਗੁਰੂ ਜੀ, ਜਿਵੇਂ ਪਪੀਹਾ ਇੱਕ ਇੱਕ ਬੂੰਦ ਨੂੰ ਤਰਸਦਾ, ਮਹਾਰਾਜ ਮੇਰੀ ਪਪੀਏ ਵਰਗੀ ਤਰਸਯੋਗ ਹਾਲਤ ਬਣੀ ਹੈ। ਹਜ਼ੂਰ ਸੱਚੇ ਪਾਤਸ਼ਾਹ ਸ਼ਬਦ ਤੇ ਲੰਬਾ ਹੈ, ਸ਼ਬਦ ਹਜ਼ਾਰੇ ਆਪ ਪੜ੍ਹਦੇ ਹੋ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਸੰਤ। ਮਹਾਰਾਜ ਕਹਿੰਦੇ ਨੇ, ਹੇ ਮੇਰੇ ਪ੍ਰਭੂ, ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾਂ ਮੈਨੂੰ ਸ਼ਾਂਤੀ ਨਹੀਂ ਮਿਲਦੀ, ਮੈਨੂੰ ਧੀਰਜ ਨਹੀਂ ਮਿਲਦਾ। ਇਸੇ ਸ਼ਬਦ ਹਜ਼ੂਰ ਕਹਿੰਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਸਾਧ ਸੰਗਤ ਆਪ ਜੀ ਸਿਆਣੇ ਪੁਰਸ਼ ਬੈਠੇ ਹੋ, ਜੇ ਕੋਈ ਸਾਨੂੰ ਪੁੱਛ ਲੇ ਵੀ ਗੁਰਮਤਿ ਦੇ ਵਿੱਚ ਕਲਯੁਗ ਕਿਹਨੂੰ ਕਹਿੰਦੇ ਨੇ, ਹਿੰਦੂ ਮਤ ਦੀ ਪਰਿਭਾਸ਼ਾ ਕੋਈ ਹੋਰ ਹੋਏਗੀ ਕਲਯੁਗ ਦੀ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਸਾਡੇ ਵਾਸਤੇ ਕਲਯੁਗ ਉਦੋਂ ਹੁੰਦਾ ਜਦੋਂ ਰੱਬ ਭੁੱਲ ਜਾਏ, ਜਦੋਂ ਪਰਮੇਸ਼ਰ ਭੁੱਲ ਜਾਏ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲਿਆ ਪਰੇ ਤੁਧ ਭਗਵੰਤਾ, ਮਹਾਰਾਜ ਕਦੋਂ ਮਿਲੋਗੇ, ਕਦੇ ਤੁਹਾਡੇ ਦੀਦਾਰ ਹੋਣਗੇ। ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਦੁਹਾਈ ਦੇ ਕੇ ਆਖਿਆ, ਕਹਿ ਰਵਿਦਾਸ ਆਸ ਲਗ ਜੀਉ ਚਿਰ ਭਇਓ ਦਰਸ਼ਨ ਦੇਖੇ। ਮਹਾਰਾਜ ਚਿਰ ਹੋ ਗਿਆ ਤੁਹਾਡੇ ਦਰਸ਼ਨ ਦੇਖਿਆ ਨੂੰ, ਕਈ ਜਨਮ ਲੰਘ ਗਏ ਤੁਹਾਡੇ ਦਰਸ਼ਨ ਕੀਤਿਆਂ ਨੂੰ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਦਿਲ ਲਿਖੇ। ਕਹਿ ਰਵਿਦਾਸ ਆਸ ਲਗ ਜੀਉ ਚਿਰ ਭਇਓ ਦਰਸ਼ਨ ਦੇਖੇ। ਗਰੀਬ ਨਵਾਜ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੇ ਮੇਰੇ ਪ੍ਰਭੂ, ਹੇ ਮੇਰੇ ਸੱਜਣ ਜੀ, ਮੈਂ ਤੇਰਾ ਦਰਸ਼ਨ ਦੇਖਣਾ ਚਾਹੁੰਦਾ, ਆਓ ਤੇ ਮੈਨੂੰ ਆਪਣਾ ਦੀਦਾਰ ਬਖਸ਼ਿਸ਼ ਕਰੋ। ਘਰ ਆਪ ਨੜੈ ਖੜੀ ਤੱਕਾ। ਮਹਾਰਾਜ ਕਹਿੰਦੇ ਨੇ, ਮੈਂ ਆਪਣੇ ਘਰ ਵਿੱਚ ਖਲੋ ਕੇ ਤੈਨੂੰ ਤੱਕ ਰਹੀ ਹਾਂ। ਇੱਕ ਜੀਵ ਇਸਤਰੀ ਦੇ ਰੂਪ ਵਿੱਚ ਹਜ਼ੂਰ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਜਿਵੇਂ ਪਤੀ ਪਰਦੇਸ ਤੁਰ ਜਾਏ, ਕੋਈ ਟੈਲੀਫੋਨ ਨਹੀਂ ਸੀ ਉਦੋਂ ਹੁੰਦੇ, ਬਹੁਤਾ ਕੋਈ ਸਾਧਨ ਨਹੀਂ ਸੀ ਹੁੰਦਾ ਵੀ ਪਹਿਲਾਂ ਸੁਨਾਹ ਪਹੁੰਚੇ ਵੀ ਮੈਂ ਆ ਰਿਹਾ ਹਾਂ। ਉਦੋਂ ਪਤਾ ਲੱਗਦਾ ਸੀ ਜਦੋਂ ਪਤੀ ਘਰ ਵਿੱਚ ਪਹੁੰਚ ਜਾਏ ਤੇ ਉਡੀਕ ਕੀਤੀ ਜਾਂਦੀ ਸੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਘਰ ਆਪਣੜਾ ਖੜੀ ਤੱਕਾਂ, ਹੇ ਮੇਰੇ ਸੱਜਣ, ਹੇ ਮੇਰੇ ਪ੍ਰਭੂ, ਮੈਂ ਆਪਣੇ ਘਰ ਵਿੱਚ ਖਲੋ ਕੇ ਤੈਨੂੰ ਤੱਕ ਰਹੀ ਹਾਂ। ਮੈਂ ਮਨ ਚਾਉ ਕਨੇਰਾ ਰਾਮ। ਸਾਧ ਸੰਗਤ ਖਿਮਾ ਕਰਨੀ, ਮੁਆਫ ਕਰਨਾ, ਬੱਧਾ ਚੱਟੀ ਜਿਉ ਭਰੇ ਵਾਲੀ ਗੱਲ ਹੋਰ ਹੁੰਦੀ ਹੈ। ਉਹਨੂੰ ਚਾਹ ਦੇ ਨਾਲ ਉਡੀਕਣਾ, ਗੁਰਦੁਆਰਾ ਸਾਹਿਬ ਚਾਹ ਦੇ ਨਾਲ ਆਉਣਾ। ਮਹਾਰਾਜ ਕਹਿੰਦੇ, ਮੇਰੇ ਮਨ ਵਿੱਚ ਬਹੁਤ ਚਾਉ ਹੈ, ਤੈਨੂੰ ਖਲੋ ਕੇ ਤੱਕ ਰਹੀ ਹਾਂ, ਉਡੀਕ ਰਹੀ ਹਾਂ। ਇੱਕ ਸ਼ਬਦ ਆਉਂਦਾ ਬਾਬਾ ਕਬੀਰ ਸਾਹਿਬ ਜੀ ਦਾ, ਵੀ ਇੱਕ ਬਿਰਹੂ ਕੁੱਠੀ ਇਸਤਰੀ, ਚਿਰ ਹੋ ਗਿਆ ਪਰਦੇਸ ਗਏ ਨੂੰ ਪਤੀ ਨੂੰ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਪੰਥ ਨਿਹਾਰੇ ਕਾਮਣੀ। ਕਾਮਣੀ ਕਹਿੰਦੇ ਨੇ ਇਸਤਰੀ ਨੂੰ। ਕੋਠੇ ਤੇ ਚੜ ਗਈ, ਰਾਹ ਵੱਲ ਤੱਕਦੀ ਹੈ ਜਿਹੜਾ ਪਿੰਡ ਵੱਲ ਆਉਂਦਾ। ਪੰਥ ਨਿਹਾਰੇ ਕਾਮਣੀ, ਲੋਚਨ ਭਰੀ ਲੈ ਉਸਾਸਾ। ਨੇਤਰਾਂ ਵਿੱਚ ਜਲ ਹੈ, ਉੱਬੇ ਉੱਬੇ ਸਾਹ ਲੈਂਦੀ ਹੈ। ਉਰ ਨਾ ਭੀਜੈ ਪੱਗ ਨਾ ਖਿਸੈ, ਹਰ ਦਰਸ਼ਨ ਕੀ ਆਸਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕੋਠੇ ਤੇ ਚੜੀ ਹੋਈ ਹੈ, ਲੱਤਾਂ ਉਹਦੀਆਂ ਥੱਕਦੀਆਂ ਨਹੀਂ, ਪੈਰ ਨਹੀਂ ਉਹਦੇ ਥੱਕਦੇ, ਉਡੀਕ ਹੈ ਉਹਨੂੰ ਆਪਣੇ ਮਾਲਕ ਦੀ। ਫਿਰ ਵਿਚਾਰੀ ਸੂਰਜ ਛੁਪਣ ਤੇ ਆ ਗਿਆ, ਬੜੇ ਧਿਆਨ ਨਾਲ ਸੁਣਨਾ। ਫਿਰ ਚੁੱਲ੍ਹੇ ਚੌਂਕੇ ਦਾ ਵੀ ਕੰਮ ਕਰਨਾ ਸੀ। ਬਾਬਾ ਕਬੀਰ ਜੀ ਕਹਿੰਦੇ ਨੇ, ਫਿਰ ਉਹ ਹੇਠਾਂ ਉਤਰ ਆਈ, ਚੌਂਕੇ ਵਿੱਚ ਰਸੋਈ ਦਾ ਪ੍ਰਸ਼ਾਦੇ ਪਾਣੀ ਦਾ ਕੰਮ ਕਰਦੀ ਹੈ। ਆ ਮੇਰੀਆਂ ਵੱਡੀਆਂ ਛੋਟੀਆਂ ਭੈਣਾਂ ਬੈਠੀਆਂ ਨੇ, ਇਹਨਾਂ ਨੂੰ ਚੇਤਾ ਹੋਏਗਾ, ਇੱਕ ਸਾਡੇ ਦੇਸ਼ ਵਿੱਚ ਪ੍ਰਚਲਿਤ ਸੀ, ਚਿੱਠੀ ਪੱਤਰ ਕੋਈ ਨਹੀਂ ਸੀ ਹੁੰਦਾ, ਟੈਲੀਫੋਨ ਵੀ ਨਹੀਂ ਸੀ ਹੁੰਦਾ। ਜੇ ਕਿਤੇ ਕਿਸੇ ਭੈਣ ਨੂੰ ਵੀਰ ਦੀ ਉਡੀਕ ਹੈ, ਪਤਨੀ ਨੂੰ ਪਤੀ ਦੀ ਉਡੀਕ ਹੈ, ਤੇ ਉਹਨਾਂ ਨੇ ਇੱਕ ਧਾਰਨਾ ਬਣਾਈ ਹੋਈ ਸੀ ਕਿ ਜੇ ਤੇ ਬਨੇਰੇ ਤੇ ਕਾਂ ਆਣ ਕੇ ਬਹਿ ਜਾਏ ਤੇ ਭੈਣ ਨੇ ਕਹਿਣਾ, ਕਾਵਾਂ ਉੱਡ ਖਾਂ। ਜੇ ਕਾਂ ਉੱਡ ਜਾਏ ਤੇ ਸਮਝਦੀ ਸੀ ਵੀ ਹੁਣ ਛੇਤੀ ਮੇਰਾ ਵੀਰ ਪਹੁੰਚ ਜਾਏਗਾ।
ਜੇ ਪਤੀ ਪਰਦੇਸ ਵਿੱਚ ਹੈ, ਕਾਵਾਂ ਉੱਡ ਖਾਂ, ਕਾਂ ਉੱਡ ਜਾਏ ਤੇ ਪ੍ਰਸੰਨ ਹੋ ਜਾਂਦੀ ਮੇਰਾ ਮਾਲਕ ਆਏਗਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਉੱਡੋ ਨ ਕਾਗਾਂ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਆ ਜਿਹੜਾ ਸ਼ਬਦ ਹੈ ਨਾ ਉੱਡੋ ਨਾ ਕਾਗਾਂ ਕਾਰੇ, ਉੱਡੋ ਨਾ ਕਾਗਾਂ, ਇਹਦਾ ਮਤਲਬ ਇਹ ਨਹੀਂ ਵੀ ਹੇ ਕਾਲਿਆ ਕਾਵਾਂ ਤੂੰ ਨਾ ਉੱਡ। ਸਾਡੇ ਘਰ ਵਿੱਚ ਕੋਈ ਮਿੱਤਰ ਪਿਆਰਾ ਆ ਜਾਏ, ਉਹਨੂੰ ਪ੍ਰਸ਼ਾਦਾ ਛਕਾਈਏ, ਬੜੇ ਪਿਆਰ ਦੇ ਨਾਲ ਘਰ ਵਾਲੇ ਕਹਿੰਦੇ ਨੇ ਹੋਰ ਲਓ ਨਾ, ਹੋਰ ਛਕੋ ਨਾ। ਇਹ ਬਿਲਕੁਲ ਛੋਟਾ ਜਿਹਾ ਨਾ ਸ਼ਬਦ ਜਿਹੜਾ ਪਿਆਰ ਪ੍ਰਗਟ ਕਰਦਾ, ਹੋਰ ਖਾਓ ਨਾ, ਹੋਰ ਛਕੋ ਨਾ, ਇੱਕ ਪ੍ਰਸ਼ਾਦਾ ਹੋਰ ਲਓ ਖਾਂ। ਬਾਬਾ ਕਬੀਰ ਜੀ ਕਹਿੰਦੇ ਉੱਡੋ ਨਾ ਕਾਗਾ ਕਰ, ਹੀ ਕਾਲਿਆ ਕਾਵਾਂ ਤੂੰ ਹੀ ਭਲਾ ਉੱਡ ਖਾਂ। ਕੀ ਪਤਾ ਮੇਰਾ ਮਾਲਕ ਮੇਰੇ ਘਰ ਵਿੱਚ ਆ ਜਾਏ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਮੇਰੇ ਪ੍ਰਭੂ, ਮੈਂ ਖੜੀ ਤੈਨੂੰ ਤੱਕ ਰਹੀ ਹੈ, ਮੈਂ ਮਨ ਚਾਹੂੰ ਕਨੇਰਾ। ਮੇਰੇ ਮਨ ਵਿੱਚ ਚਾਹ ਵੀ ਬਹੁਤ ਹੈ। ਸਾਧ ਸੰਗਤ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਆਹ ਜਿਹੜਾ ਚਾਓ ਸ਼ਬਦ ਹੈ ਨਾ ਸਾਡੇ ਅੰਦਰ ਪੈਦਾ ਹੋ ਜਾਏ, ਇਹਦੇ ਵਾਸਤੇ ਅਰਦਾਸ ਕੀਤੀ ਗਈ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਨੇ ਪ੍ਰਭ ਦਾਤੋਂ ਦਾਤਾਰ ਪਰਿਉ ਜਾਚ ਏਕ ਸ਼ਰਨ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹੇ ਮੇਰੇ ਪ੍ਰਭੂ, ਹੇ ਮੇਰੇ ਦਾਤਾ ਜੀ, ਇੱਕ ਮੰਗਤਾ ਤੁਹਾਡੇ ਚਰਨਾਂ ਤੇ ਆਣ ਡਿੱਗਾ। ਆਪਣੇ ਵੱਲੋਂ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਪਰਿਉ ਜਾਚਕ ਇੱਕ ਸਰਨਾ ਮਹਾਰਾਜ, ਹੇ ਮੇਰੇ ਪ੍ਰਭੂ ਇੱਕ ਮੰਗਤਾ ਤੁਹਾਡੇ ਦਰ ਤੇ ਆਣ ਡਿੱਗਾ। ਸਾਧ ਸੰਤ ਗੁਰੂ ਗੁਰ ਪਰਮੇਸ਼ਰ ਏਕੋ ਜਾਣ, ਆਪਣੇ ਆਪ ਨੂੰ ਮੰਗਤਾ ਕਹਿੰਦੇ ਨੇ। ਜਿਹੜੇ ਇੱਥੇ ਦਾਤੇ ਬਣ ਕੇ ਜਾਂਦੇ ਨੇ ਝੋਲੀਆਂ ਖਾਲੀ ਲੈ ਕੇ ਜਾਂਦੇ ਨੇ, ਜਿਹੜੇ ਮੰਗਤੇ ਬਣ ਕੇ ਆਉਂਦੇ ਨੇ ਜਗਤ ਭਿਖਾਰੀ ਫਿਰਤਾ ਸਭ ਕੋ ਦਾਤਾ ਰਾਮ। ਕੋਈ ਕਹਿੰਦਾ ਜੀ ਕੈਨੇਡਾ ਵਿੱਚ ਕੋਈ ਮੰਗਤਾ ਨਹੀਂ ਲੱਭਦਾ, ਅਮਰੀਕਾ ਵਿੱਚ ਮੰਗਤਾ ਨਹੀਂ ਲੱਭਦਾ। ਮੈਂ ਕਿਹਾ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਰਾ ਜਗਤ ਭਿਖਾਰੀਆਂ ਦਾ, ਸਾਰਾ ਸੰਸਾਰ ਇੱਥੇ ਮੰਗਤਿਆਂ ਦਾ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਭ ਦਾਤੋ ਦਾਤਾ ਪਰਿਉ ਜਾਚਕ ਇੱਕ ਸਰਨਾ। ਰੱਬ ਨੇ ਆਖਿਆ ਹਾਂ ਦੱਸੋ ਕੀ ਇਹ ਮੰਗਤਾ ਕੀ ਮੰਗਦਾ ਫਿਰ? ਹਜ਼ੂਰ ਕਹਿੰਦੇ ਨੇ ਪ੍ਰਭ ਦਾਤੋ ਦਾਤਾ ਪਰਿਉ ਜਾਚਕ ਇੱਕ ਸਰਨਾ, ਮਿਲੇ ਦਾਨ ਸੰਤਰੇਨ ਜੇ ਲਗ ਭਵ ਜਲ ਤਰਨਾ। ਮਹਾਰਾਜ ਮੈਨੂੰ ਇੱਕ ਦਾਨ ਚਾਹੀਦਾ ਹੈ, ਮਹਾਰਾਜ ਮੈਨੂੰ ਤੇਰੇ ਪਿਆਰਿਆਂ ਦੀ ਚਰਨ ਧੂੜੀ ਚਾਹੀਦੀ ਹੈ। ਮੈਂ ਤੇ ਇਹ ਗੱਲ ਸੁਣੀ ਹੈ ਜਿਹਨੂੰ ਤੇਰੇ ਪਿਆਰਿਆਂ ਦੀ ਚਰਨ ਧੂੜੀ ਮਿਲ ਜੇ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ। ਬੇਨਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੇ। ਮਹਾਰਾਜ ਮੈਂ ਬੇਨਤੀ ਕਰਦਾ, ਜੇ ਤੁਹਾਨੂੰ ਚੰਗੀ ਲੱਗਦੀ ਮੇਰੀ ਬੇਨਤੀ ਪ੍ਰਵਾਨ ਕਰ ਲਿਓ, ਆ ਮੈਨੂੰ ਮਾਫ ਕਰਨਾ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਕਈ ਵਾਰੀ ਅਸੀਂ ਅਰਦਾਸ ਨਹੀਂ ਕਰਦੇ, ਹੁਕਮ ਕਰਦੇ ਹਾਂ ਰੱਬ ਨੂੰ ਹੁਕਮ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਹੇ ਮਹਾਰਾਜ ਮੇਰੀ ਅਰਦਾਸ ਪੂਰੀ ਹੋਣੀ ਚਾਹੀਦੀ ਹੈ, ਮਹਾਰਾਜ ਜੋ ਮੈਂ ਕਿਹਾ ਉਹ ਮਿਲਣਾ ਚਾਹੀਦਾ। ਬਾਬਾ ਨਾਨਕ ਜੀ ਕਹਿੰਦੇ ਨੇ ਪੁੱਤਰਾ ਫਿਰ ਅਰਦਾਸ ਕਾਦੀ ਹੋਈ, ਇਹ ਤੇ ਫਿਰ ਹੁਕਮ ਹੋ ਗਿਆ ਰੱਬ ਨੂੰ। ਨਾਨਕ ਹੁਕਮ ਨ ਚੱਲਈ ਨਾਲ ਖਸਮ ਚਲੇ ਅਰਦਾਸ। ਮਹਾਰਾਜ ਕਹਿੰਦੇ ਪੁੱਤਰਾ ਹੁਕਮ ਨਹੀਂ ਚੱਲਦਾ ਮੇਰੇ ਪ੍ਰੀਤਮ ਤੇ, ਮੇਰੇ ਰੱਬ ਤੇ ਪੁੱਤਰਾ ਹੁਕਮ ਨਹੀਂ ਚੱਲਦਾ, ਬੇਨਤੀ ਕਰਦੀ ਉਹ ਤੇ ਅਰਦਾਸ ਚੱਲਦੀ ਹੈ ਉੱਥੇ। ਆ ਬਾਬਾ ਨਾਨਕ ਜੀ ਦਾ ਬਚਨ ਪੜ੍ਹਦੇ ਆ ਨਾ, ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ। ਮਹਾਰਾਜ ਮੇਰੀ ਤੇ ਅਰਦਾਸ ਹੈ, ਜੇ ਤੈਨੂੰ ਭਾ ਜਾਏ, ਜੇ ਤੈਨੂੰ ਚੰਗੀ ਲੱਗਦੀ ਮੇਰੀ ਅਰਦਾਸ ਪੂਰੀ ਕਰਦੀ। ਅਰਦਾਸ ਦਾ ਭਾਵ ਹੁੰਦਾ ਅਰਜ਼ਦਾਸ, ਆਪਣੀ ਅਰਜ਼ ਕਿਸੇ ਅੱਗੇ ਪੇਸ਼ ਕਰਨੀ। ਅਰਦਾਸ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਮੇਰੀ ਹਰ ਹਾਲਤ 'ਚ ਪੂਰੀ ਹੋਣੀ ਚਾਹੀਦੀ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ। ਵੇਖੋ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਤੁਹਾਨੂੰ ਚੰਗੀ ਲੱਗਦੀ ਮੇਰੀ ਅਰਦਾਸ ਪੂਰੀ ਕਰ ਦਿਓ। ਰੱਬ ਜੀ ਨੇ ਆਖਿਆ ਵੀ ਦੱਸੋ ਕੀ ਅਰਦਾਸ ਕਰ ਦਿਓ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ। ਮਹਾਰਾਜ ਮੈਂ ਦੋ ਅਰਦਾਸਾਂ ਕਰਦਾ ਤੁਹਾਡੇ ਅੱਗੇ, ਇੱਕ ਤੇ ਤੈਨੂੰ ਮਿਲਣ ਵਾਸਤੇ ਮੇਰੇ ਅੰਦਰ ਚਾਹ ਪੈਦਾ ਹੋਏ, ਇੱਕ ਮੇਰਾ ਤੇਰੀ ਭਗਤੀ ਵਿੱਚ ਮਨ ਠਹਿਰ ਜਾਏ।
ਮੇਰਾ ਮਨ ਤੇਰੀ ਭਗਤੀ ਵਿੱਚ ਟਿਕਣਾ ਸ਼ੁਰੂ ਹੋ ਜੇ, ਇਹ ਮੈਂ ਤੇਰੇ ਅੱਗੇ ਅਰਦਾਸ ਕਰਦਾ। ਮਨ ਵਿੱਚ ਚਾਹ ਪੈਦਾ ਹੋ ਜਾਏ, ਪਰਮੇਸ਼ਰ ਅੱਗੇ ਅਰਦਾਸ ਵੀ ਕਰਨੀ ਚਾਹੀਦੀ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਂ ਮਨ ਚਾਹੋ ਕਨੇਰਾ ਰਾਮ, हे ਮੇਰੇ ਪ੍ਰਭੂ ਜੀ, ਮੇਰੇ ਮਨ ਵਿੱਚ ਬਹੁਤ ਚਾਅ ਹੈ ਤੇਰੇ ਦਰਸ਼ਨਾਂ ਦਾ। ਹਾਂਜੀ, ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ। ਮਹਾਰਾਜ ਕਹਿੰਦੇ ਮੇਰੇ ਮਨ ਵਿੱਚ ਬਹੁਤ ਚਾਅ ਹੈ, ਮੇਰੇ ਪ੍ਰਭੂ ਮੇਰੇ ਮਨ ਵਿੱਚ ਬਹੁਤ ਚਾਅ ਹੈ। ਮੈਂ ਤੇਰਾ ਪਰਵਾਸਾ। ਹਜ਼ੂਰ ਕਹਿੰਦੇ ਮੈਨੂੰ ਫਿਰ ਆਸਰਾ ਵੀ ਤੇਰਾ ਹੀ ਹੈ, ਮੈਨੂੰ ਆਸਰਾ ਵੀ ਹੋਰ ਕਿਸੇ ਦਾ ਨਹੀਂ। ਸਾਧ ਸੰਗਤ ਮੈਨੂੰ ਮਾਫ ਕਰਨਾ। ਭਗਤ ਰਵਿਦਾਸ ਕਹਿੰਦੇ ਨੇ, हे ਮੇਰੇ ਪ੍ਰਭੂ ਜੀ, ਝੂਠ ਬੋਲਦੇ ਆ ਤੇਰੇ ਸਾਹਮਣੇ ਖਲੋ ਕੇ। ਕਹੀਅਤ ਆਣ ਅਚਰਿਅਤ ਅਣਕਸ, ਕਹਿੰਦੇ ਕੁਝ ਹੋਰ ਹਾਂ, ਕਰਦੇ ਕੁਝ ਹੋਰ ਹਾਂ। ਸਾਧ ਸੰਗਤ ਕਹਿਣਾ ਤੇ ਇਹ ਹੈ, ਜਦੋਂ ਗੁਰਦੁਆਰਾ ਸਾਹਿਬ ਆਉਣਾ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਕਬਰ ਤੇ ਤੂੰ ਮੱਥਾ ਟੇਕਣਾ, ਬੰਦਿਆਂ ਨੂੰ ਤੂੰ ਮੱਥਾ ਟੇਕਣਾ, ਆਸਾਂ ਕਿਤੇ ਹੋਰ ਲਾ ਕੇ ਬੈਠਾ, ਤੇ ਫਿਰ ਮਹਾਰਾਜ ਨੂੰ ਆਣ ਕੇ ਕਹਿੰਦਾ ਸਗਲ ਦੁਆਰ ਕੋ ਛਾੜ ਕੇ। ਗਰੀਬ ਨੂੰ ਅੱਜ ਮਹਾਰਾਜ ਗੁਰੂ ਅਮਰਦਾਸ ਹਜੂਰ ਸਿੱਖ ਨੂੰ ਚੇਤਾ ਕਰਾਉਂਦੇ ਨੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਹੈ। हे ਮੇਰੇ ਵਾਹਿਗੁਰੂ, ਕਿਹੜੀ ਚੀਜ਼ ਹੈ ਜਿਹੜੀ ਤੇਰੇ ਘਰ ਵਿੱਚ ਨਹੀਂ। ਸਾਧ ਸੰਗਤ ਮੈਨੂੰ ਕੋਈ ਬਚਨ ਯਾਦ ਆਇਆ ਆਪਣੇ ਉਸਤਾਦ ਜੀ ਦਾ। ਉਹ ਕਹਿੰਦੇ ਸੀ, ਬੇਟਾ ਜ਼ਿੰਦਗੀ ਵਿੱਚ ਇਹ ਗੱਲ ਕਦੇ ਨਹੀਂ ਕਹਿਣੀ, ਮੇਰੇ ਰੱਬ ਦੇ ਘਰ ਵਿੱਚ ਬਹੁਤ ਕੁਝ ਹੈ, ਮੇਰੇ ਰੱਬ ਦੇ ਘਰ ਵਿੱਚ ਬਹੁਤ ਕੁਝ ਹੈ। ਅਸੀਂ ਹੈਰਾਨ ਹੋ ਗਏ, ਅਸੀਂ ਕਿਹਾ ਜੀ ਇਹ ਕੀ ਗੱਲ, ਇਹ ਗੱਲ ਮਾੜੀ ਹੈ, ਇਹ ਗੱਲ ਮਨਮਤ ਵਾਲੀ ਹੈ ਕਿ ਰੱਬ ਨੂੰ ਕਹਿਣਾ, ਗੁਰੂ ਨੂੰ ਕਹਿਣਾ ਤੁਹਾਡੇ ਘਰ ਵਿੱਚ ਬਹੁਤ ਕੁਝ ਹੈ। ਕਹਿਣ ਲੱਗੇ, ਬੇਟਾ ਬਹੁਤ ਮਾੜੀ ਗੱਲ ਹੈ, ਗੁਰੂ ਨੂੰ ਕਹਿਣਾ ਤੇਰੇ ਘਰ ਵਿੱਚ ਬਹੁਤ ਕੁਝ ਹੈ, ਰੱਬ ਨੂੰ ਕਹਿਣਾ ਤੇਰੇ ਘਰ ਵਿੱਚ ਬਹੁਤ। ਅਸੀਂ ਕਹਿੰਦੇ ਕੀ ਕਹਿਣਾ ਚਾਹੀਦਾ? ਕਹਿੰਦੇ, ਬੇਟਾ ਰੱਬ ਨੂੰ ਇਹ ਕਹਿਣਾ ਚਾਹੀਦਾ, ਮਹਾਰਾਜ ਤੇਰੇ ਘਰ ਵਿੱਚ ਸਭ ਕੁਝ ਹੈ, ਸਾਚੇ ਸਾਹਿਬਾਂ ਕਿਆ ਨਹੀਂ ਕਰਤੇ ਰਹੇ। ਘਰ ਤਾਂ ਤੇਰਾ ਸਭ ਕੁਝ ਹੈ, ਜਿਸ ਦੇਹ ਸੁਪਾ। ਮਹਾਰਾਜ ਕੋਈ ਇਹੋ ਜਿਹੀ ਵਸਤੂ ਹੈ ਵੀ ਜਿਹੜੇ ਤੇਰੇ ਘਰ ਵਿੱਚ ਨਹੀਂ। ਇਹੀ ਗੱਲ ਤੇ ਬਾਬਾ ਨਾਨਕ ਜੀ ਨੇ ਬਾਕੀਆਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ, ਪੁੱਤਰਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਹਜ਼ੂਰ ਨੇ ਇਹੀ ਗੱਲ ਕਰਤਾਰਪੁਰ ਸਾਹਿਬ ਆਖੀ ਸੀ। ਹਜ਼ੂਰ ਨੇ ਪਰਖ ਤੇ ਕਰਨੀ ਸੀ ਨਾ। ਇੱਕ ਪੈਸਾ ਲੈ ਕੇ ਹਜ਼ੂਰ ਨੇ ਮੁੱਠੀ ਵਿੱਚ ਬੰਦ ਕੀਤਾ। ਬਾਬਾ ਜੀ ਵੀ ਇਤਰਾਜ਼ ਕਰਦੇ ਨੇ, ਬਾਬਾ ਸ੍ਰੀ ਚੰਦ ਲਖਮੀ ਦਾ। ਮਹਾਰਾਜ ਕਹਿੰਦੇ ਨੇ, ਭਰੀ ਹੋਈ ਸੰਗਤ ਵਿੱਚ ਆ ਪੁੱਤਰ ਮੇਰੀ ਮੁੱਠੀ ਵਿੱਚ ਕੀ ਹੈ? ਦੋਵੇਂ ਪੁੱਤਰ ਕਹਿਣ ਲੱਗੇ, ਮਹਾਰਾਜ ਕਿਹਨੂੰ ਨਹੀਂ ਪਤਾ, ਤੁਹਾਡੀ ਮੁੱਠੀ ਵਿੱਚ ਇੱਕ ਪੈਸਾ ਹੈ। ਹਜ਼ੂਰ ਕਹਿੰਦੇ, ਹੋਰ ਤੇ ਨਹੀਂ ਮੇਰੀ ਮੁੱਠੀ ਵਿੱਚ। ਕਹਿਣ ਲੱਗੇ, ਜੀ ਬਸ ਪੈਸਾ ਹੀ ਹੈ ਜਿਹੜਾ ਤੁਸੀਂ ਫੜ ਕੇ ਆਪਣੀ ਮੁੱਠੀ ਵਿੱਚ ਬੰਦ ਕੀਤਾ। ਭਾਈ ਲਿਆਣਾ, ਤੂੰ ਦੱਸ ਮੇਰੀ ਮੁੱਠੀ ਵਿੱਚ ਕੀ ਹੈ? ਭਾਈ ਲੈਣਾ ਜੀ ਹੱਥ ਜੋੜ ਕੇ ਖੜੇ ਹੋ ਗਏ, ਗਲ ਵਿੱਚ ਪੱਲੂ ਪਾਇਆ ਹੋਇਆ, ਮਨ ਵਿਰਾਗੀ ਹੋ ਗਿਆ। ਕਹਿਣ ਲੱਗਾ, ਮਹਾਰਾਜ ਇਸ ਲੈਣੇ ਨੂੰ ਕੀ ਪਤਾ ਤੇਰੀ ਮੁੱਠੀ ਵਿੱਚ ਕੀ ਹੈ? ਮਹਾਰਾਜ ਤੇਰੀ ਮੁੱਠੀ ਦਾ ਭੇਦ ਕੌਣ ਜਾਣਦਾ? ਬਸ ਤੇਰੀ ਕਿਰਪਾ ਨਾਲ ਮੈਂ ਇਹ ਸਮਝਿਆ, ਮਹਾਰਾਜ ਸਭ ਕੁਝ ਹੈ ਹੀ ਤੇਰੀ ਮੁੱਠੀ ਵਿੱਚ, ਤੇਰੀ ਮੁੱਠੀ ਤੋਂ ਬਾਹਰ ਕੀ ਹੈ? ਮਹਾਰਾਜ ਸਭ ਕੁਝ ਤੇਰੀ ਮੁੱਠੀ ਵਿੱਚ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, हे ਮੇਰੇ ਪ੍ਰਭੂ ਮੈਨੂੰ ਤੇਰਾ ਹੀ ਆਸਰਾ ਹੈ। ਦਰਸ਼ਨ ਦੇਖ ਭਈ ਨੇ ਕੇਵਲਾ। ਹਜ਼ੂਰ ਕਹਿੰਦੇ, हे ਮੇਰੇ ਪ੍ਰਭੂ ਜਿਨ੍ਹਾਂ ਨੇ ਤੇਰਾ ਦਰਸ਼ਨ ਕੀਤਾ ਉਹਨਾਂ ਦੀ ਆਤਮਾ ਪਵਿੱਤਰ ਹੋ ਗਈ। ਜਨਮ ਮਰਨ ਦੁਖ ਨਾਸਾ। ਉਹਨਾਂ ਦਾ ਜਨਮ ਮਰਨ ਦਾ ਦੁੱਖ ਖਤਮ ਹੋ ਗਿਆ। ਸਗਲੀ ਜੋਤ ਜਾਤਾ ਤੂੰ ਸੋਈ। ਮਹਾਰਾਜ ਕਹਿੰਦੇ, हे ਮੇਰੇ ਪ੍ਰਭੂ ਹਰ ਇੱਕ ਵਿੱਚ ਤੇਰੀ ਜੋਤ ਜਗਦੀ ਹੈ, ਸਾਰੇ ਵਿੱਚ ਤੇਰਾ ਹੀ ਵਾਸਾ ਹੈ। ਮਿਲਿਆ ਭਾਏ ਸੁਭਾਏ। ਜਿਹਦੇ ਤੇ ਪ੍ਰਭੂ ਕਿਰਪਾ ਕਰਦਾ, हे ਪ੍ਰਭੂ ਤੂੰ ਉਹਨੂੰ ਸੁਭਾਵਕ ਹੀ ਆਣ ਕੇ ਉਹਦੇ ਘਰ ਵਿੱਚ ਹੀ ਆਣ ਕੇ ਮਿਲ ਪੈਣਾ ਹੈ। ਨਾਨਕ ਸਾਜਨ ਕਉ ਬਲ ਜਾਈਆ। ਆ ਸਾਰੇ ਗੁਰਸਿੱਖ ਇਸ ਪੰਕਤੀ ਨੂੰ ਬੜੇ ਪਿਆਰ ਨਾਲ ਜ਼ਿਹਨ ਵਿੱਚ, ਦਿਲ ਵਿੱਚ ਟਿਕਾਈਏ। ਬਾਬਾ ਨਾਨਕ ਜੀ ਕਹਿੰਦੇ, ਹਜ਼ੂਰ ਕਹਿੰਦੇ, हे ਨਾਨਕ ਉਸ ਸੱਜਣ ਤੋਂ ਵਾਰੇ-ਵਾਰੇ ਜਾਣਾ ਚਾਹੀਦਾ, ਉਸ ਸੱਜਣ ਤੋਂ ਬਲਹਾਰ ਜਾਣਾ ਚਾਹੀਦਾ। ਕਿਹੜੇ ਸੱਜਣ ਤੋਂ? ਉਸ ਵਾਹਿਗੁਰੂ ਤੋਂ, ਉਸ ਰੱਬ ਤੋਂ। ਕੋਈ ਉਹਦੇ ਵਰਗਾ ਸੱਜਣ ਨਹੀਂ।
ਪਰ ਸਾਡੀ ਬਦਕਿਸਮਤੀ ਇਹ ਹੈ, ਆਦ ਅੰਤ ਜੋ ਰੱਖਣਾਰ ਤਿਸ ਸਿਉ ਪ੍ਰੀਤਮ ਕਰੇ ਗਵਾਰ। ਉਹ ਕਿਤੇ ਭੁੱਲ ਕੇ ਵੀ ਚੇਤੇ ਨਹੀਂ ਆਇਆ। ਮਹਾਰਾਜ ਕਹਿੰਦੇ ਨੇ ਉਹ ਸੁਭਾਵਕ ਹੀ ਸਾਡੇ ਆਣ ਕੇ ਮਿਲ ਪੈਂਦਾ ਹੈ। हे ਨਾਨਕ ਉਸ ਸੱਜਣ ਤੋਂ ਬਲ ਜਾਣਾ ਚਾਹੀਦਾ ਹੈ। ਸਾਚ ਮਿਲੇ ਘਰ ਆਏ, ਉਸ ਸੱਜਣ ਤੋਂ ਇਸ ਕਰਕੇ ਬਲਹਾਰ ਜਾਣਾ ਚਾਹੀਦਾ ਹੈ, ਜਦੋਂ ਕਿਰਪਾ ਕਰਦਾ ਤੇ ਆਪ ਹੀ ਘਰ ਵਿੱਚ ਆਣ ਕੇ ਮਿਲ ਪੈਂਦਾ ਹੈ। ਆਪ ਹੀ ਆਵਾਜ਼ ਮਾਰਦਾ, ਭਾਈ ਲਾਲੋ, ਭਾਈ ਲਾਲੋ, ਭਾਈ ਲਾਲੋ ਜੀ, ਭਾਈ ਲਾਲੋ ਜੀ, ਜਿਹਨੂੰ ਦੁਨੀਆ ਵਿੱਚ ਕਿਸੇ ਨੇ ਜੀ ਨਹੀਂ ਸੀ ਆਖਿਆ। ਹੈਰਾਨ ਹੋ ਗਿਆ, ਮੈਨੂੰ ਜੀ ਕਹਿਣ ਵਾਲਾ ਕੌਣ ਹੈ? ਮੈਨੂੰ ਤੇ ਲੋਕ ਉਹੀ ਕਹਿ ਕੇ ਬੁਲਾਉਂਦੇ ਨੇ। ਅੱਜ ਵੀ ਅਮੀਰ ਬੰਦਾ ਗਰੀਬ ਬੰਦੇ ਨੂੰ ਪੂਰਾ ਨਾਮ ਲੈ ਕੇ ਬੁਲਾਉਣ ਚ ਹੱਦ ਤੱਕ ਸਮਝਦਾ। ਬਾਬਾ ਨਾਨਕ ਜੀ ਕਹਿੰਦੇ ਨੇ ਉਸ ਸੱਜਣ ਤੋਂ ਵਾਰੇ ਜਾਣਾ ਚਾਹੀਦਾ ਜਿਹੜਾ ਕਿਰਪਾ ਦੇ ਘਰ ਵਿੱਚ ਆਉਂਦਾ ਤੇ ਆਪ ਹੀ ਆਣ ਕੇ ਘਰ ਵਿੱਚ ਮਿਲ ਪੈਂਦਾ। ਸਾਰੀ ਸੰਗਤ ਪਿਆਰ ਵਿੱਚ ਬੈਠੀ ਹੈ, ਇੱਕ ਸ਼ਬਦ ਹਜ਼ੂਰ ਦਾ ਪੜ੍ਹੀਏ। ਜਦੋਂ ਉਹ ਸੱਜਣ ਘਰ ਵਿੱਚ ਆਉਂਦਾ ਫਿਰ ਬਹਾਰਾਂ ਲੱਗ ਜਾਂਦੀਆਂ ਨੇ। ਹਜ਼ੂਰ ਦਾ ਸ਼ਬਦ ਪਿੱਛੇ ਸਾਰੇ ਪੰਕਤੀ ਕਿਰਪਾ ਕਰਿਓ। ਆਏ ਉਠੇ ਘਰ ਮਾਹੀ ਸਾਜਨ, ਆਏ ਉਠੇ ਘਰ ਮਾਹੀ, ਆਏ ਉਠੇ ਘਰ ਮਾਹੀ ਸਾਜਨ, ਆਏ ਉਠੇ ਘਰ ਮਾਹੀ, ਆਏ ਉਠੇ ਘਰ ਮਾਹੀ ਸਾਜਨ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਉਹ ਸੱਜਣ ਦਇਆ ਦੇ ਘਰ ਵਿੱਚ ਆਏ ਤੇ ਆਪ ਹੀ ਘਰ ਵਿੱਚ ਆਣ ਕੇ ਮਿਲ ਪਏ। ਆਏ ਉਠੇ ਘਰ ਮਾਹੀ ਸਾਜਣ, ਆਏ ਉਠੇ ਘਰ ਮਾਹੀ, ਆਏ ਉਠੇ ਘਰ ਮਾਹੀ ਸਾਜਣ, ਆਏ ਉਠੇ ਘਰ ਮਾਹੀ, ਆਏ ਉਠੇ ਘਰ। ਸਾਚ ਮਿਲੇ ਕਰ ਆਏ। ਹਾਂਜੀ, ਘਰ ਆਇੜੇ ਸਾਜਣਾ, ਤਾ ਤਨ ਖਰੀ ਸਰਸੀ ਰਾਮ। ਜਦੋਂ ਉਹ ਪ੍ਰਭੂ ਜੀ ਘਰ ਆਉਂਦੇ ਹਨ, ਜਦੋਂ ਉਹ ਸੱਜਣ ਘਰ ਆਉਂਦੇ ਨੇ, ਫਿਰ ਜਿਹੜੀ ਜੀਵ ਇਸਤਰੀ ਅੰਦਰੋਂ ਪ੍ਰਸੰਨ ਹੋ ਜਾਂਦੀ ਹੈ। ਹਰ ਮੋਹਿੜੀ ਸਾਚ ਸ਼ਬਦ, ਉਹ ਜਿਹੜੀ ਜੀਵ ਇਸਤਰੀ ਹੈ ਪ੍ਰਭੂ ਆਪਣੇ ਸ਼ਬਦ ਵਿੱਚ ਜੋੜ ਕੇ ਉਹਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਹਜ਼ੂਰ ਕਹਿੰਦੇ ਨੇ ਉਹਨੂੰ ਸ਼ਬਦ ਵਿੱਚ ਜੋੜ ਕੇ ਆਪਣੇ ਵੱਲ ਖਿੱਚ ਪਾ ਲੈਂਦਾ ਜੀਵ ਇਸਤਰੀ ਨੂੰ। ਠਾਕੁਰ ਦੇਖ ਰਹੰਸੀ ਰਾਮ, ਸ਼ਬਦ ਦੇ ਨਾਲ ਜੋੜ ਕੇ ਇਹ ਜੀਵ ਇਸਤਰੀ ਜਦੋਂ ਪ੍ਰਭੂ ਨਾਲ ਇੱਕਮਿਕ ਹੁੰਦੀ ਹੈ, ਇਹਨੂੰ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗੁਣ ਸੰਗ ਰਹੰਸੀ ਖਰੀ ਸਰਸੀ। ਮਹਾਰਾਜ ਕਹਿੰਦੇ ਫਿਰ ਉਹ ਜੀਵ ਇਸਤਰੀ ਗੁਣਾਂ ਨਾਲ ਸਾਂਝ ਪਾਉਂਦੀ ਹੈ, ਫਿਰ ਉਹ ਬੜੀ ਪ੍ਰਸੰਨ ਰਹਿੰਦੀ ਹੈ ਤੇ ਉਹ ਅਡੋਲ ਅਵਸਥਾ ਵਿੱਚ ਟਿਕੀ ਰਹਿੰਦੀ ਹੈ। ਜਾਰਾ ਵੀ ਰੰਗ ਰਾਤਾ, ਉਹ ਪ੍ਰਭੂ ਜਿਹੜਾ ਪਿਆਰ ਵਿੱਚ ਰੰਗਿਆ ਰਹਿੰਦਾ ਹੈ ਉਹਨੂੰ ਆਪਣੇ ਨਾਲ ਮੇਲ ਲੈਂਦਾ ਹੈ। ਅਵਗਨ ਮਾਰ ਗੁਣੀ ਘਰ ਛਾਇਆ। ਸਭ ਤੋਂ ਪਹਿਲਾਂ ਪਰਮੇਸ਼ਰ ਕੀ ਕਰਦਾ ਹੈ? ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਕੀ ਕਰਦਾ ਹੈ? ਪਰਮੇਸ਼ਰ ਕੀ ਕਰਦਾ ਹੈ? ਹਜ਼ੂਰ ਕਹਿੰਦੇ ਨੇ ਅਵਗੁਣਾਂ ਨੂੰ ਮਾਰ ਕੇ ਉਹਦੇ ਘਰ ਵਿੱਚ ਗੁਣ ਭਰ ਦਿੰਦਾ ਹੈ। ਪੂਰਾ ਪੁਰਖ ਵਿਧਾਤਾ, ਇਹ ਕਿਰਪਾ ਕੌਣ ਕਰਦਾ ਹੈ? ਮਹਾਰਾਜ ਕਹਿੰਦੇ ਉਹ ਜਿਹੜਾ ਸਿਰਜਣਹਾਰ ਹੈ, ਉਹ ਜਿਹੜਾ ਵਿਆਪਕ ਹੈ, ਪੂਰਾ ਪਰਮੇਸ਼ਰ ਹੈ। ਮਹਾਰਾਜ ਕਹਿੰਦੇ ਅਵਗੁਣਾਂ ਨੂੰ ਮਾਰ ਕੇ ਗੁਣਾਂ ਨਾਲ ਭਰਪੂਰ ਕਰ ਦਿੰਦਾ ਉਹਦੇ ਹਿਰਦੇ ਨੂੰ। ਤਸਕਰ ਮਾਰ ਵਸੀ ਪੰਚਾਇਣ, ਉਹ ਜਿਹੜੀ ਜੀਵ ਇਸਤਰੀ ਹੈ ਆਪਣੇ ਅੰਦਰੋਂ ਪੰਜਾਂ ਦੂਤਾਂ ਨੂੰ ਮਾਰ ਕੇ, ਪੰਜਾਂ ਚੋਰਾਂ ਨੂੰ ਮਾਰ ਕੇ ਪਰਮੇਸ਼ਰ ਦੇ ਘਰ ਵਿੱਚ ਫਿਰ ਉਹ ਵਸ ਜਾਂਦੀ ਹੈ। ਅਦਲ ਕਰੇ ਵਿਚਾਰੇ, ਉਸ ਜੀਵ ਇਸਤਰੀ ਨੂੰ ਸਮਝ ਆਉਂਦੀ ਹੈ ਜੋ ਕਰਦਾ ਹੈ ਨਿਆਂ ਕਰਦਾ ਹੈ, ਜੋ ਕੁਛ ਕਰੇ ਸੋ ਧਰਮ ਨਿਆਏ ਰਾਮ। ਹਾਂਜੀ, ਨਾਨਕ ਰਾਮ ਨਾਮ ਨਿਸਤਾਰਾ। ਸਾਧ ਸੰਗਤ ਬੜੇ ਧਿਆਨ ਨਾਲ ਸਰਵਣ ਕਰਨਾ। ਹਜ਼ੂਰ ਕਹਿੰਦੇ ਹੈ ਨਾਨਕ ਇਸ ਦੁਨੀਆ ਤੋਂ ਉਹੀ ਪਾਰ ਉਤਰਦਾ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ। ਮਹਾਰਾਜ ਕਹਿੰਦੇ ਨੇ ਨਾਨਕ ਰਾਮ ਨਾਮ ਨਿਸਤਾਰਾ, ਹੈ ਨਾਨਕ ਪਰਮੇਸ਼ਰ ਦਾ ਨਾਮ ਜਪੇ ਪਾਰ ਉਤਾਰਾ ਹੁੰਦਾ ਹੈ। ਸਾਧ ਸੰਤ ਬਾਬਾ ਕਬੀਰ ਜੀ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਨੇ ਕਹੇ ਕਬੀਰ ਚੇਤੈ ਨਹੀਂ, ਮੂਰਖ ਮੁਗਧ ਗਵਾਰ। ਰਾਮ ਨਾਮ ਜਾਣਿਓ ਨਹੀਂ, ਕੈਸੇ ਉਤਰਸ ਪਾਰ।
ਬਾਬਾ ਕਬੀਰ ਜੀ ਕਹਿੰਦੇ ਨੇ ਜਿਹੜੇ ਰੱਬ ਦੇ ਨਾਂ ਨੇ ਪਾਰ ਉਤਾਰਾ ਕਰਨਾ ਸੀ ਉਹਨੂੰ ਤੇ ਜਾਣਦਾ ਹੀ ਨਹੀਂ, ਉਹਦੇ ਚਿੱਤ ਚੇਤੇ ਵੀ ਕਿਤੇ ਨਹੀਂ ਹੈ। ਇੰਨਾ ਮੂਰਖ ਤੇ ਗਵਾਰ ਹੈ, ਸੰਸਾਰ ਸਾਗਰ ਤੋਂ ਪਾਰ ਹੋਣਾ ਚਾਹੁੰਦਾ, ਜਿਸ ਚੀਜ਼ ਨੇ ਪਾਰ ਕਰਨਾ ਸੀ ਉਹਨੂੰ ਜਾਣਦਾ ਵੀ ਨਹੀਂ ਹੈ। ਗੁਰਮਤਿ ਮਿਲਏ ਪਿਆਰੇ, ਜਿਹੜੇ ਪ੍ਰਭੂ ਦੇ ਪਿਆਰੇ ਹਨ ਗੁਰੂ ਦੀ ਮੱਤ ਲੈ ਕੇ ਉਸ ਪਿਆਰੇ ਨੂੰ ਮਿਲ ਜਾਂਦੇ ਹਨ। ਵਾਰ ਪਾਇੜਾ ਬਾਲੜੀਏ, ਜਿਹੜੇ ਜੀਵ ਇਸਤਰੀ ਹੈ ਜਦੋਂ ਉਹਨੂੰ ਵਰ ਦੀ ਪ੍ਰਾਪਤੀ ਹੋ ਜਾਂਦੀ ਹੈ, ਆਸਾ ਮਨਸਾ ਪੂਰੀ RAM, ਉਹਦੀ ਆਸਾ ਮਨਸਾ ਇੱਛਾ ਸਾਰੀ ਪੂਰੀ ਹੋ ਜਾਂਦੀ ਹੈ। ਫਿਰ ਰਾਵੇ ਅੜੀ ਸ਼ਬਦ ਰਲੇ, ਉਹ ਜਿਹੜਾ ਪਰਮੇਸ਼ਰ ਹੈ ਜੀਵ ਇਸਤਰੀ ਨੂੰ ਸ਼ਬਦ ਦੇ ਰਾਹੀਂ ਆਪਣੇ ਨਾਲ ਮੇਲ ਕੇ ਰੱਖਦਾ ਹੈ। ਰਵ ਰਹਿਆ ਨਹ ਦੂਰੀ RAM, ਬੜੇ ਧਿਆਨ ਨਾਲ ਸਰਵਨ ਕਰਨਾ। ਹਜ਼ੂਰ ਕਹਿੰਦੇ ਨੇ ਉਹ ਪਰਮੇਸ਼ਰ ਜਿਹੜਾ ਸਭ ਥਾਂ ਵਿਆਪਕ ਹੈ। ਫਿਰ ਉਸ ਜੀਵ ਇਸਤਰੀ ਨੂੰ ਸਮਝ ਆ ਜਾਂਦੀ ਹੈ ਰੱਬ ਮੇਰੇ ਤੋਂ ਦੂਰ ਨਹੀਂ ਹੈ। ਪ੍ਰਭ ਦੂਰ ਨਾ ਹੋਈ ਘਟ ਘਟ ਸੋਈ, ਮਹਾਰਾਜ ਕਹਿੰਦੇ ਨੇ, ਹਜ਼ੂਰ ਕਹਿੰਦੇ ਨੇ ਉਹ ਪ੍ਰਭੂ ਦੂਰ ਨਹੀਂ ਹੈ, ਉਹ ਘਟ ਘਟ ਵਸਦਾ ਹੈ। ਇੱਕ ਬਚਨ ਯਾਦ ਰੱਖਣਾ, ਵਾਹਿਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਲਈ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਉਹ ਦੁਨੀਆ ਦੇ ਲੋਕੋ ਰੱਬ ਸਾਡੇ ਤੋਂ ਦੂਰ ਨਹੀਂ ਹੈ, ਅਸੀਂ ਰੱਬ ਤੋਂ ਦੂਰ ਹਾਂ। ਗੁਰੂ ਸਾਡੇ ਤੋਂ ਦੂਰ ਨਹੀਂ, ਅਸੀਂ ਗੁਰੂ ਤੋਂ ਦੂਰ ਜਾਂਦੇ ਹਾਂ। ਗੁਰੂ ਤੇ ਉਡੀਕਦਾ ਹੈ, ਰੱਬ ਤੇ ਸਾਨੂੰ ਉਡੀਕਦਾ ਹੈ। ਅਸੀਂ ਰੱਬ ਤੋਂ ਦੂਰ ਜਾਂਦੇ ਹਾਂ, ਰੱਬ ਕਦੇ ਸਾਡੇ ਤੋਂ ਦੂਰ ਨਹੀਂ ਜਾਂਦਾ। ਜਿਹ ਜਿਹ ਪੇਖੋ ਤਹ ਹਜ਼ੂਰ ਦੂਰ ਕਤੋ ਨਾ ਜਾਏ। ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਹੇ ਭਾਈ ਉਹ ਪ੍ਰਭੂ ਜਿਹੜਾ ਹੈ ਕਦੇ ਵੀ ਸਾਡੇ ਤੋਂ ਦੂਰ ਨਹੀਂ ਜਾਂਦਾ, ਉਹ ਤੇ ਹਰ ਘੜ ਵਿੱਚ ਵਿਆਪਕ ਹੈ। ਸਾਧ ਸੰਗਤ ਇੱਕ ਸਾਈਂ ਬੁੱਲੇ ਸ਼ਾਹ ਫਕੀਰ ਦੀ ਕਲਾਮ ਹੈ, ਉਹ ਸੂਫੀ ਫਕੀਰ ਸੀ। ਆ ਬਚਨ ਸੁਣ ਲਓ, ਥੋੜਾ ਜਿਹਾ ਵਕਤ ਰਹਿ ਗਿਆ 8-7 ਮਿੰਟ। ਬੁੱਲੇ ਸ਼ਾਹ ਫਕੀਰ ਦਰਬਾਰ ਸਾਹਿਬ ਹੀ ਆਏ ਸਨ। ਉਹਨਾਂ ਨੇ ਦਰਬਾਰ ਸਾਹਿਬ ਤੇ ਵੀ ਆਪਣੀ ਕਲਾਮ ਲਿਖੀ ਹੈ ਔਰ ਉਹਨਾਂ ਦੇ ਸੂਫੀ ਸੰਤ ਅੱਜ ਵੀ ਗਾਉਂਦੇ ਨੇ। ਕਹਿੰਦੇ ਜਦੋਂ ਮੈਂ ਹਰਮੰਦਰ ਸਾਹਿਬ ਗਿਆ, ਅੰਦਰ ਕੀਰਤਨ ਹੋ ਰਿਹਾ ਹੈ, ਤਬਲਾ ਵੱਜ ਰਿਹਾ ਹੈ, ਸਰੰਦਾ ਵੱਜ ਰਿਹਾ। ਉਧਰ ਗਿਆ ਇਮਾਰਤਾਂ ਬਣ ਰਹੀਆਂ ਸਨ, ਉਧਰ ਗਿਆ ਲੰਗਰ ਪੱਕ ਰਿਹਾ ਸੀ, ਚੁੱਲ੍ਹੇ ਤਪ ਰਹੇ ਸਨ। ਫਿਰ ਉਹ ਜਾਣ ਲੱਗਿਆ ਇੱਥੇ ਕਹਿ ਕੇ ਗਏ, ਇੱਟ ਖੜੱਕਾ ਦੁੱਕੜ ਵੱਜੇ। ਦੁੱਕੜ ਤਬਲੇ ਨੂੰ ਕਹਿੰਦੇ ਨੇ। ਇੱਟ ਖੜੱਕਾ ਦੁੱਕੜ ਵੱਜੇ ਨਾਲੇ ਤਪੇ ਚੁੱਲ੍ਹਾ, ਇੰਨੀ ਗੱਲੀ ਮੇਰਾ ਅੱਲਾ ਰਾਜੀ ਨਾਲੇ ਰਾਜੀ ਬੁੱਲਾ। ਇਹ ਗੱਲਾਂ ਮੇਰੇ ਅੱਲਾ ਨੂੰ ਵੀ ਬੜੀਆਂ ਸੋਹਣੀਆਂ ਲੱਗਦੀਆਂ, ਬੁੱਲੇ ਨੂੰ ਵੀ ਬੜੀਆਂ ਚੰਗੀਆਂ ਲੱਗਦੀਆਂ ਨੇ। ਇੱਕ ਸੱਚਖੰਡ ਹਰਮੰਦਰ ਸਾਹਿਬ ਹੈ, ਜਿਹੜਾ ਵੀ ਇੱਥੇ ਆਇਆ ਇਹਦਾ ਆਸ਼ਿਕ ਹੋ ਗਿਆ। ਇਸ ਤੋਂ ਬਿਨਾਂ ਸਾਧ ਸੰਗਤ, ਮੈਂ ਇੱਕ ਬਹੁਤ ਮਹਾਨ ਵਿਅਕਤੀ ਦੁਨੀਆ ਦਾ ਹੋਇਆ, ਅਬਦੁਲ ਗਫਾਰ ਖਾਨ ਸਰਹੱਦੀ। ਉਹ ਕਹਿੰਦਾ ਮੇਰੇ ਪਿਤਾ ਜੀ ਹਰਮੰਦਰ ਸਾਹਿਬ ਆਏ ਸਨ, ਉਹਨਾਂ ਨੇ ਬੜਾ ਕੁਝ ਦੱਸਿਆ ਮੈਨੂੰ ਹਰਮੰਦਰ ਸਾਹਿਬ ਬਾਰੇ। ਕਹਿੰਦੇ ਮੈਨੂੰ ਕਹਿੰਦੇ ਹੁੰਦੇ ਸਨ, ਬੇਟਾ ਅੱਲਾ ਦੇ ਦੁਆ ਕਰਿਆ ਕਰ, ਹਰਮੰਦਰ ਸਾਹਿਬ ਦੇ ਦੀਦਾਰ ਬਖਸ਼ਿਸ਼ ਹੋਣ। ਕਹਿੰਦਾ ਅੱਜ ਮੈਂ ਸਾਰੀ ਜ਼ਿੰਦਗੀ ਦੀ ਅਰਦਾਸ, ਮੇਰੀ ਦੁਆ ਪੂਰੀ ਹੋਈ, ਅੱਜ ਮੈਂ ਹਰਮੰਦਰ ਸਾਹਿਬ ਆਇਆ। ਉਹ ਫਿਰ ਲਿਖ ਕੇ ਗਿਆ ਉਸ ਕਿਤਾਬ ਤੇ, ਕਹਿਣ ਲੱਗਾ ਮੈਂ ਇਹ ਮਹਿਸੂਸ ਕੀਤਾ ਹੈ ਜਿਹੜਾ ਬੰਦਾ ਵੀ ਸੱਚਖੰਡ ਹਰਮੰਦਰ ਸਾਹਿਬ ਆ ਜਾਏ, ਉਹਦਾ ਦੁਨੀਆ ਵਿੱਚ ਆਉਣ ਦਾ ਮਨੋਰਥ ਪੂਰਾ ਹੋ ਜਾਂਦਾ ਹੈ। ਸਾਧ ਸੰਗਤ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪ੍ਰਭੂ ਦੂਰ ਨਹੀਂ ਘਟ ਘਟ ਚ ਵਸਦਾ। ਤੇ ਸਾਈਂ ਬੁੱਲੇ ਸ਼ਾਹ ਫਕੀਰ ਦੀ ਮੈਂ ਬੇਨਤੀ ਕਰਨ ਲੱਗਾ ਸਾਂ। ਸਾਈਂ ਬੁੱਲੇ ਸ਼ਾਹ ਫਕੀਰ ਜਦੋਂ ਸੂਫੀ ਸੰਤ ਸੀ, ਆਪਣੀ ਮੰਜ਼ਿਲ ਤੇ ਪਹੁੰਚ ਗਿਆ, ਅੱਲਾ ਨਾਲ ਇੱਕਮਿਕ ਹੋ ਗਿਆ। ਫਿਰ ਉਹਨੇ ਇੱਥੇ 4 ਕਲਿਆਣਾਂ ਲਿਖੀਆਂ ਨੇ। ਉਹ ਕਹਿੰਦਾ ਦੁਈ ਦੂਰ ਕਰੇ ਕੋਈ ਸ਼ੋਰ ਨਹੀਂ, ਇਹ ਤੁਰਕ ਹਿੰਦੂ ਕੋਈ ਹੋਰ ਨਹੀਂ। ਕਹਿੰਦਾ ਉਹ ਤੁਰਕ ਹਿੰਦੂ ਕੋ ਵੱਖਰੇ ਵੱਖਰੇ ਨਹੀਂ ਹਨ। ਦੁਈ ਦੂਰ ਕਰੇ ਕੋਈ ਸ਼ੋਰ ਨਹੀਂ, ਇਹ ਤੁਰਕ ਹਿੰਦੂ ਕੋਈ ਹੋਰ ਨਹੀਂ। ਸਭ ਸਾਧ ਲਖੋ ਕੋਈ ਚੋਰ ਨਹੀਂ, ਹਰ ਘੜ ਘੜ ਵਿੱਚ ਸਮਾਇਆ ਹੈ, ਹਰ ਘੜ ਘੜ ਵਿੱਚ ਸਮਾਇਆ ਹੈ। ਫਿਰ ਉਹ ਪਤਾ ਕੀ ਕਹਿੰਦਾ ਹੈ? ਕਹਿੰਦਾ कहूं तुर्क मुसल्ला पढ़ते हो, कहूं हिंदू भगत जप करते हो, कहूं मस्जिद का वर्तारा है, कहूं बनिया ठाकर द्वारा है, हर घड़ घड़ विच समाया है, हर घड़ घड़ विच समाया। अगला वचन फिर उन्हें हद कर दिते, बिदरा बन में गऊ चरावे, लंका चढ़ के नाद बजावे,
बिंदरा बन में गऊ चरावे, लंका चढ़ के नाद बजावे, मक्के दा बन हाजी आवे, वावा रंग वटाईंदा, सब इको रंग कपाही दा, सब इको रंग कपाही दा। बुल्ले शाह फकीर कहंदे ओ कपा इको ही, अगले पासे रंग होर चढ़ जांदे ने, ओ इको ही कपा, एक जोत आ, सारे जीव ओदे हन। पढ़ो गुरु ग्रंथ साहब महाराज की बाणी, बस इसे का उपदेश किया गया, नाम को बैरी नहीं बिगाना, सगल संग हमको बनाई। गरीब नवाज महाराज कहते प्रभु ओदे तो दूर नहीं, उन्हें समझ आ जाती है, घट घट सोई रब हर के हिरदे विच वसदा है, जिसकी नार सुबाई, उन्हें समझ आ जाती है सारिया जीव स्त्रियां उस प्रभु दियां हन। आपे रसिया आपे रावे, आपे ही रस दा घर है, आप ही सारे नूं रस बख्शण वाला है। जो तिस दी वडियाई, ये ओदी वडियाई है, जिन्हों मर्जी रस बख्श दे। साध संगत जेड़ा माली है, ये पौधा लाउंदा है, ये बूटा लाउंदा है, फलदार बूटा लाउंदा, पानी भी पाउंदा है, पर जेड़ा बूटे नूं फल लगदा है, फल लाउण वाला वो है। जेड़ा फल विच रस भरदा, रस भरन वाला कोई होर है। माली रस नहीं भरदा, माली फल नहीं लाउंदा। फल लाउणा ते दूर दी गल, एक नेड़े दी गल है। जेड़ा रस भरदा वो मेरा परमेश्वर भरदा है। कोई बंदा आखे मैं 20 बाणियां दा पाठ करदा, साध संगत जी दी ते रब किरपा करदा, जी दी ते गुरु दयालु हुंदा, उहनूं शब्द विच रस आउणा शुरू हो जांदा, उहनूं स्वाद आउणा शुरू हो जांदा। ओहदा ते जी नहीं करदा कि मैं बस इहनूं छेती छेती पढ़ा, नहीं छेती छेती पढ़दा। मेरा ख्याल है 20 सालों की गल हुई, एक गुरमुख मिले, मैनू कह लगा जसविंदर सिंह जपजी साहब का पाठ किन्ने समय च करदा हुन्ना। मैं आख्या जी 20 मिनटां च करदा। कहंदा बस वो पाठ ही पाठ है तेरा। मैं आख्या तुसीं किन्ना क समां लाउंदे हो? कहंदे वेख ही सवेरे उठ के मेरे नाल। साध संगत मैं हैरान होया, हैरान होया। अजे तक मैनू याद है जिवें उस गुरमुख ने जपजी का पाठ किया। गरीब नवाज महाराज सच्चे पातशाह कहते ने वो रस का मालक है, जिन्हों रस बख्शना वो मौज है, ओदी अरजा है। अरदास करनी चाहिए, महाराज रस बख्शिश करो, महाराज दया मया करो। हाँ जी, अमर अडोल अबोल अपारा, महाराज कहते ने वो मौत तो रहत है, रब नहीं डोलदा। अमोल कहते ने मुल भी नहीं मिलता। जे किते रब मुल मिलता हुंदा कबीर कोलों नहीं सी खरीदया जाना, रविदास भगत कोलों नहीं सी खरीदया जाना। किथे खरीदया जाना सी? सैन नाई कोलों। महाराज कहते ने अमोल है, वो मुल नहीं मिलता। अपारा कहते ने भई ओदी वो बेअंत है, ओदी कीमत नहीं पाई जा सकती। पर एक शब्द आउंदा हजूर दा, हजूर कहते रब मैं मुल लिया, रब मुल। सिखां ने आख्या महाराज रब मुल मिलता, तुसीं कहंदे हो रब मुल नहीं मिलता, हुण तुसीं कहंदे हो रब मैं मुल लिया। हजूर कहने कंचन स्यों पाइया नहीं तोल, अपने बराबर दा सोना तोल के गुरुद्वारे चढ़ा दो, मंदिर चढ़ा दो। सोने के बराबर ते रब नहीं मिलता, अपने बराबर दा तोल के देखो। सासनी साडे अंदर दी भावना है भी सिख समझदा महाराज मैं ते तेरे दिते विचों दे रहा, महाराज दसवंध तेरा हिस्सा बनदा, आसान नहीं अपना करता। ये सिख की शरधा है, तन मन तन सब सौम गुर को। सिख को धन दौलत है, वो सोना भी दान करता, महाराज तेरा ही है सब कुछ। ते गरीब नवाज महाराज हजूर कहते ने कंचन स्यों पाइया नी तो, रब सोने ना मोल नहीं मिलता। किवें मिलता महाराज? तुसीं किवें रब मोल लिया? हजूर कहते ने मन दे राम लिया है मोल। महाराज कहते मैं मन वेच के रब मोल लिया है, मन उन्होंने दे दिता, रब मैं मोल लिया मोल। गरीब नवाज महाराज कहते ने वो बेअंत है, वो मोल नहीं मिलता। गुरपूरा सच पाइया, पूरे गुरु दी राही ही वो सदा रहने वाला परमेश्वर मिलता है। नानक आपे जोग सजोगी। बड़े ध्यान ਨਾਲ ਸਰਵਣ करना। बाबा नानक जी हजूर कहते ने मेरे नंबर ढोल भी आप ही टकाउंदा है, मता कोई सोचे भी मेरी अपनी सियाणप नाल रब मिलेगा। हजूर कहते हे नानक वो बड़ा दयालु, आप ही ढोल टका दिंदा अपनी मलाप दा।
ਨਦਰ ਕਰੇ ਲਿਵ ਲਾਈਐ। ਜਿਹਦੇ ਤੇ ਮੇਰਾ ਰੱਬ ਨਜ਼ਰ ਕਰਦਾ ਉਹਦੀ ਲਿਵ ਆਪਣੇ ਨਾਲ ਜੋੜ ਲੈਂਦਾ ਹੈ। ਫਿਰ ਉਚੜੀਐ ਮਾਰੜੀਐ। ਮਹਾਰਾਜ ਕਹਿੰਦੇ ਉਹਦਾ ਮਹੱਲ ਬੜਾ ਉੱਚਾ ਹੈ, ਉਹਦਾ ਮਹੱਲ ਬੜਾ ਸੋਹਣਾ ਹੈ। ਹਾਂਜੀ, ਤੇ ਲੋਆ ਸਿਰ ਤਾਜਾ ਰਾਮ। ਜਿੰਨੇ ਤਿੰਨੇ ਲੋਕ ਹਨ ਇਹਦਾ ਸਿਰਜਣਹਾਰ ਹੈ, ਇਹਨਾਂ ਤਿੰਨਾਂ ਲੋਕਾਂ ਨੂੰ ਬਣਾਉਣ ਵਾਲਾ ਹੈ। ਹਉ ਬਿਸਮ ਭਈ ਦੇਖ ਗੁਣਾ। ਗੁਰੂ ਨਾਨਕ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਨੇ ਮੈਂ ਤੇ ਉਹਦੇ ਗੁਣ ਵੇਖ ਕੇ ਹੈਰਾਨ ਹੋ ਗਿਆ। ਮੈਂ ਤੇ ਬਿਸਮ ਕਹਿੰਦੇ ਨੇ ਹੈਰਾਨ ਹੋ ਗਿਆ ਉਹਦੇ ਗੁਣ ਵੇਖ ਕੇ। ਇੱਕ ਸ਼ਬਦ ਆਉਂਦਾ ਹਜ਼ੂਰ ਗੁਰੂ ਨਾਨਕ ਸਾਹਿਬ ਦਾ, ਮਹਾਰਾਜ ਕਹਿੰਦੇ ਪੌਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ। ਬਾਬਾ ਨਾਨਕ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਹਜ਼ੂਰ ਕਹਿੰਦੇ ਤੁਸੀਂ ਰਾਮ ਦੀ ਸਿਫਤ ਕਰਦੇ ਹੋ ਤੇ ਰਾਮਚੰਦਰ ਨੇ ਰਾਵਣ ਨੂੰ ਮਾਰ ਦਿੱਤਾ। ਮਹਾਰਾਜ ਕਹਿੰਦੇ ਨੇ ਇਹ ਕੋਈ ਬਹੁਤੀ ਵੱਡੀ ਸਿਫਤ ਨਹੀਂ ਰੱਬ ਦੀ। ਰੱਬ ਦੇ ਹੱਥ ਵਿੱਚ ਸਾਰੀ ਦੁਨੀਆ ਦੀ ਮੌਤ ਹੈ। ਇੱਕ ਰਾਵਣ ਨਹੀਂ, ਸਾਰੀ ਦੁਨੀਆ ਦੀ ਮੌਤ ਉਹਦੇ ਹੱਥ ਵਿੱਚ ਹੈ। ਰਾਵਣ ਨੂੰ ਮਾਰ ਕੇ ਰੱਬ ਵੱਡਾ ਨਹੀਂ ਹੋ ਗਿਆ, ਰਾਵਣ ਮਾਰ ਕਿਆ ਵੱਡਾ ਪਿਆ। ਹਜ਼ੂਰ ਕਹਿੰਦੇ ਨੇ ਗੱਲ ਤੇ ਇਹ ਹੈਰਾਨਗੀ ਵਾਲੀ ਹੈ, ਪੌਣ ਉਪਾਏ। ਉਹਨੇ ਹਵਾ ਕਿਵੇਂ ਪੈਦਾ ਕੀਤੀ, ਉਹਨੇ ਪਾਣੀ ਕਿਵੇਂ ਬਣਾਇਆ, ਉਹਨੇ ਸਮੁੰਦਰ ਕਿਵੇਂ ਬਣਾਏ, ਉਹਨੇ ਪਹਾੜ ਕਿਵੇਂ ਬਣਾਏ, ਉਹਨੇ ਧਰਤੀ ਕਿਵੇਂ ਬਣਾਈ। ਆਹ ਹਜ਼ੂਰ ਕਹਿੰਦੇ ਹੈਰਾਨੀ ਵਾਲੀ ਗੱਲ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇ ਉਹਦੇ ਗੁਣ ਵੇਖ ਕੇ ਹੈਰਾਨ ਹੋ ਗਿਆ ਹਾਂ। ਅਨਹਦ ਸ਼ਬਦ ਅਗਾਜਾ ਰਾਮ। ਮਹਾਰਾਜ ਕਹਿੰਦੇ ਨੇ ਉਹਦਾ ਸ਼ਬਦ ਚਾਰੇ ਪਾਸੇ ਇੱਕ ਰਸ ਵੱਜ ਰਿਹਾ ਹੈ। ਸ਼ਬਦ ਵਿਚਾਰੀ ਕਰਨੀ ਸਾਰੀ। ਜਿਹੜੇ ਪ੍ਰਭੂ ਦੇ ਪਿਆਰੇ ਹਨ ਉਹਦੇ ਸ਼ਬਦ ਦੀ ਵਿਚਾਰ ਕਰਦੇ ਹਨ, ਬਸ ਇਹੋ ਹੀ ਕਰਨੀ ਉਹ ਬਣਾ ਲੈਂਦੇ ਨੇ, ਇਹੋ ਹੀ ਆਪਣੀ ਮਰਿਆਦਾ, ਇਹੋ ਹੀ ਆਪਣਾ ਕਰਤਵ ਬਣਾ ਲੈਂਦੇ ਨੇ। ਰਾਮ ਨਾਮ ਨੀਸਾਣੋ। ਮੇਰਾ ਪਰਮੇਸ਼ਰ ਉਹਨਾਂ ਨੂੰ ਰਾਮ ਦੇ ਨਾਮ ਦਾ, ਆਪਣੇ ਨਾਮ ਦਾ ਇੱਕ ਪਰਵਾਨਾ ਬਖਸ਼ਿਸ਼ ਕਰਦਾ ਹੈ। ਜਿਵੇਂ ਤੁਸੀਂ ਬਾਹਰਲੇ ਦੇਸ਼ ਜਾਣਾ, ਤੁਹਾਡੇ ਕੋਲ ਪਾਸਪੋਰਟ ਹੈ, ਬਸ ਵੀਜ਼ਾ ਲੱਗਾ ਹੋਇਆ, ਜਿਹੜਾ ਵੀਜ਼ਾ ਲੱਗਾ ਸਮਝ ਲਓ ਤੁਹਾਡੇ ਕੋਲ ਉਹ ਪਰਵਾਨਾ ਹੈ, ਕੋਈ ਨਹੀਂ ਰੋਕਦਾ। ਮਹਾਰਾਜ ਕਹਿੰਦੇ ਮੇਰਾ ਪਰਮੇਸ਼ਰ ਖੁਸ਼ ਹੋ ਕੇ ਆਪਣੇ ਨਾਮ ਦਾ ਪਰਵਾਨਾ ਦੇ ਦਿੰਦਾ, ਬਸ ਉਹ ਪਰਵਾਨਾ ਰੱਬ ਦੇ ਘਰ ਤੱਕ ਜਾਂਦਾ ਹੈ। ਨਾਮ ਬਿਨਾ ਖੋਟੇ ਨਹੀਂ ਠਾਹਰ। ਪਰ ਮੇਰੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਿਹੜੇ ਖੋਟੇ ਹਨ ਨਾਮ ਨਹੀਂ ਜਪਦੇ। ਹਜ਼ੂਰ ਕਹਿੰਦੇ ਮੇਰੇ ਰੱਬ ਦੇ ਘਰ ਵਿੱਚ ਕੋਈ ਉਹਨਾਂ ਨੂੰ ਥਾਂ ਨਹੀਂ ਮਿਲਦੀ। ਨਾਮ ਰਤਨ ਪਰਵਾਣੋ। ਮੇਰੇ ਰੱਬ ਦੇ ਘਰ ਵਿੱਚ ਇੱਕੋ ਹੀ ਚੀਜ਼ ਪ੍ਰਵਾਨ ਹੈ, ਉਹਦਾ ਨਾਮ ਰਤਨ, ਜਿਹਨੂੰ ਹੀਰਾ ਵੀ ਕਿਹਾ ਗਿਆ, ਬਸ ਨਾਮ ਹੀ ਉੱਥੇ ਪ੍ਰਵਾਨ ਹੁੰਦਾ ਹੈ। ਪਤ ਮਤ ਪੂਰੀ ਪੂਰਾ ਪਰਵਾਨਾ। ਸਾਧ ਸੰਗਤ ਪਤ ਪੂਰੀ ਮਤ ਪੂਰੀ। ਹਜ਼ੂਰ ਕਹਿੰਦੇ ਨੇ ਮੇਰਾ ਰੱਬ ਉਹਦੀ ਆਪਣੇ ਘਰ ਵਿੱਚ ਇੱਜ਼ਤ ਰੱਖਦਾ ਹੈ। ਉਹਦੀ ਮਤ ਇੰਨੀ ਉੱਚੀ ਹੋ ਜਾਂਦੀ, ਉਹਦੀ ਮਤ ਕਦੇ ਗਲਤੀ ਨਹੀਂ ਕਰਦੀ, ਕਦੇ ਉਹਦੀ ਮਤ ਉਕਾਈ ਨਹੀਂ ਖਾਂਦੀ। ਮਹਾਰਾਜ ਕਹਿੰਦੇ ਨੇ ਫਿਰ ਉਹ ਪੂਰਾ ਪਰਵਾਨਾ, ਮੇਰਾ ਰੱਬ ਉਹਨੂੰ ਇੱਕ ਪਰਵਾਨਾ ਬਖਸ਼ਦਾ ਹੈ। ਜਦੋਂ ਆਪਣੇ ਨਾਮ ਦਾ ਪਰਵਾਨਾ ਬਖਸ਼ਦਾ ਹੈ, ਉਹਨੂੰ ਕੋਈ ਰੱਬ ਦੇ ਘਰ ਵਿੱਚ ਕੋਈ ਨਹੀਂ ਰੋਕਦਾ, ਪਾਕ ਉਹਦੀ ਇੱਜ਼ਤ ਹੁੰਦੀ ਹੈ। ਨਾ ਆਵਾ ਨਾ ਜਾਸੀ। ਉਹ ਮਨੁੱਖ ਨਾ ਦੁਨੀਆ ਤੇ ਆਉਂਦਾ ਹੈ ਨਾ ਉਹ ਜਾਂਦਾ ਹੈ, ਪਾਕ ਉਹਦਾ ਜਨਮ ਮਰਨ ਮੁੱਕ ਜਾਂਦਾ ਹੈ। ਨਾਨਕ ਗੁਰਮੁਖ ਆਪ ਪਛਾਣੈ। ਇਹ ਨਾਨਕ ਜਿਹੜਾ ਗੁਰਮੁਖ ਆਪਣੇ ਆਪ ਨੂੰ ਪਛਾਣ ਲੈਂਦਾ ਹੈ। ਇਹੀ ਗੱਲ ਤੇ ਹਜ਼ੂਰ ਸਾਨੂੰ ਬਾਰ-ਬਾਰ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਹਾਰਾਜ ਕਹਿੰਦੇ ਆਪਣੇ ਮੂਲ ਦੀ ਪਛਾਣ ਕਰ। ਹੈ ਨਾਨਕ ਜਿਹੜਾ ਗੁਰਮੁਖ ਹੈ ਆਪਣੇ ਆਪ ਨੂੰ ਪਛਾਣ ਲੈਂਦਾ ਹੈ, ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕੀ ਕਰਨਾ ਹੈ, ਕਿੱਥੇ ਜਾਣਾ। ਹਜ਼ੂਰ ਕਹਿੰਦੇ ਆਪਣੇ ਆਪ ਦੀ ਪਛਾਣ ਕਰਦਾ ਹੈ। ਪ੍ਰਭ ਜੈਸੇ ਅਵਿਨਾਸੀ। ਉਹਨੂੰ ਸਮਝ ਆ ਜਾਂਦੀ ਹੈ ਮੇਰਾ ਪ੍ਰਭੂ ਵਿਨਾਸੀ ਹੈ, ਨਾ ਕਦੇ ਆਉਂਦਾ ਹੈ ਨਾ ਕਦੇ ਜਾਂਦਾ ਹੈ। ਪ੍ਰਭੂ ਵੀ ਅਵਿਨਾਸੀ ਹੈ, ਉਹਦੇ ਪਿਆਰੇ ਜਿਹੜੇ ਹਨ, ਉਹਦੇ ਜਿਹੜੇ ਪਰਮੇਸ਼ਰ ਦੇ ਸੇਵਕ ਹਨ, ਉਹ ਵੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਦੀ ਸੰਗਤ ਬਖਸ਼ਣਹਾਰ। ਵਕਤ ਹੋ ਗਿਆ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਆਪਣੀ ਮੁਬਾਰਕ ਗੋਦ ਵਿੱਚ ਬਿਠਾ ਕੇ ਦੀਦਾਰ ਬਖਸ਼ੇ ਹਨ ਤੇ ਗੁਰੂ ਬਖਸ਼ਣਹਾਰ ਹੈ, ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਬਹੁਤ ਬਹੁਤ ਸ਼ੁਕਰਾਨਾ ਧੰਨ ਗੁਰੂ ਰਾਮਦਾਸ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਬਹੁਤ ਬਹੁਤ ਧੰਨਵਾਦ ਮਾਨਜੋਤ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਉਹ ਭਾਈ ਸਾਹਿਬ ਜੀ ਤੋਂ ਆਖਰੀ ਦੋ ਪੰਕਤੀ ਸਰਵਣ ਕਰੀਏ, ਸਮਾਪਤੀ ਕਰੀਏ ਜੀ। ਪਤ ਮਤ ਪੂਰੀ ਪੂਰਾ ਪਰਵਾਨਾ। ਨਾ ਆਵਾ ਨਾ ਜਾਸੀ। ਨਾਨਕ ਗੁਰਮੁਖ ਆਪ ਪਛਾਣੈ। ਪ੍ਰਭ ਜੈਸੇ ਅਵਿਨਾਸੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।